ਵੀ 26 ਨੂੰ ਟੱਕਰਾਂਗੇ ਦਿੱਲੀ ਨਾਲ, ਟੱਕਰ ਲੈਣ ਲਈ ਦਿੱਲੀ ਨਾਲ 26 ਨੂੰ ਉਡੀਕ ਰਹੇ ਆ, ਜਿਵੇਂ ਵਿਆਹ ਦਾ ਦਿਨ ਉਡੀਕਦੇ ਹੁੰਦੇ ਆ ਨਾ, ਐਂ ਉਡੀਕ ਰਹੇ ਨੇ। ਜਿੱਥੇ ਵੀ ਉਦਘਾਟਨ ਕਰਨ ਆਉਂਦੇ ਆ ਵੀ ਸੁੱਕੇ ਨਹੀਂ ਜਾਣੇ ਚਾਹੀਦੇ, ਘੇਰੋ ਇਹਨਾਂ ਦਾ ਜਲੂਸ ਕੱਢੋ ਜਿੰਨਾ ਨਿਕਲਦਾ ਹੈ। ਤੁਸੀਂ ਵੀ ਸੂਬਾ ਪ੍ਰਧਾਨ ਹੋ, ਇੱਕ ਜਥੇਬੰਦੀ ਦੀ ਨੁਮਾਇੰਦਗੀ ਕਰਦੇ ਹੋ, ਤੁਸੀਂ ਇੱਕ ਸਟੇਜ ਤੇ ਬੈਠਣ ਨੂੰ ਤਿਆਰ ਹੋ? ਜੇ ਮੈਂ ਤੁਹਾਡੀ ਗੱਲ ਕਰਦਾ, ਤੁਸੀਂ ਤਿਆਰ ਹੋ? ਨਾਲ ਜੇ ਹੁਣ ਉਹ ਲੱਖਾਂ ਬੰਦਿਆਂ ਤੇ ਡੰਡੇ ਭਰਾਉਣਗੇ ਤਾਂ ਇਹ ਬਰੂਦ ਨੂੰ ਅੱਗ ਲਾਉਣ ਵਾਲੀ ਗੱਲ ਹੋਊਗੀ, ਬਰੂਦ ਨੂੰ ਪਲੀਤਾ ਲਾਉਣ ਵਾਲੀ ਗੱਲ ਹੋਊਗੀ। ਖੈਰ ਨਹੀਂ ਹੋਣੀ, ਸਾਨੂੰ ਲੋਕਾਂ ਦਾ ਛਿੱਤਰਾਂ ਦਾ ਘੇਰਨਗੇ, ਲੋਕ ਛਿੱਤਰ ਮਾਰਨਗੇ, ਕੋਈ ਰੌਲਾ ਨਹੀਂ ਇਸ ਗੱਲ ਦਾ। ਬੈਕ ਸਟੇਜ ਕਿਤੇ ਕੋਈ ਰਾਬਤਾ ਹੋਵੇ ਕਿਸੇ ਵੀ ਜਥੇਬੰਦੀ ਦਾ, ਕਿਉਂਕਿ ਐਡਾ ਵੱਡਾ ਬਿਆਨ ਆਉਣਾ ਅਖਬਾਰ ਦੇ ਵਿੱਚ ਛੋਟੀ ਗੱਲ ਨਹੀਂ ਵੀ 18 ਤੱਕ ਇਹ ਹੱਲ ਕਰ ਲਾਂਗੇ, ਸੁਲਝਾ ਲਾਂਗੇ ਸਾਰੀ ਗੱਲਬਾਤ। ਕੂਚ ਕਰੋ ਦਿੱਲੀ ਨੂੰ ਤੇ ਦਿੱਲੀ ਨੂੰ ਘੇਰੋ, ਉਹਨਾਂ ਚਿਰ ਤੱਕ ਘੇਰੋ ਜਿੰਨਾ ਚਿਰ ਤੱਕ ਉਹਦੇ ਕੰਨ ਤੇ ਜੂ ਨਾ ਸਰਕ ਜਾਵੇ ਜਾਂ ਉਹਨੂੰ ਮਾੜਾ ਮੋਟਾ ਸੇਕ ਨਾ ਲੱਗੇ। ਜੇ ਪੰਜਾਬ ਸਰਕਾਰ ਨੇ ਰੋਕਤੇ ਤਾਂ ਪੰਜਾਬ ਸਰਕਾਰ ਦੀ ਬੇਵਕੂਫੀ ਹੋਊਗੀ ਵੀ ਜਿਹੜਾ ਮੋਦੀ ਆਪਦੇ ਗਾਲ ਵਾਲਾ ਸੱਪ ਹੈ ਉਹ ਆਪਦੇ ਗਲ 'ਚ ਪਵਾਊਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਰਤਨਦੀਪ ਸਿੰਘ ਧਾਲੀਵਾਲ ਤੇ ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਪੰਜਾਬ ਹਮੇਸ਼ਾ ਤੋਂ ਸੰਘਰਸ਼ ਕਰਦਾ ਆਇਆਗਾ, ਪਰ ਪੰਜਾਬ ਦੇ ਸਾਹਮਣੇ ਜੋ ਚੁਣੌਤੀਆਂ ਆਈਆਂ ਉਹ ਆਏ ਦਿਨ ਨਵੀਂ ਤੋਂ ਨਵੀਂ ਚੁਣੌਤੀ ਆਉਂਦੀ ਹੈ ਤੇ ਵੱਡੀ ਤੋਂ ਵੱਡੀ ਚੁਣੌਤੀ ਆਉਂਦੀ ਹੈ। 26-27 ਤਰੀਕ ਨੂੰ ਕਿਸਾਨਾਂ ਨੇ ਸੱਦਾ ਦਿੱਤਾਗਾ ਦਿੱਲੀ ਚੱਲਣ ਦਾ। ਹਾਲਾਂਕਿ ਕਿਸਾਨਾਂ ਨੂੰ ਉੱਥੇ ਪ੍ਰੋਟੈਸਟ ਕਰਨ ਦੀ ਇਜਾਜ਼ਤ ਵੀ ਨਹੀਂ ਮਿਲੀ। ਬੜੇ ਸਾਰੇ ਸਵਾਲ ਨੇ, ਰੋਡ ਮੈਪ ਕੀ ਰਹਿਣ ਵਾਲੇ ਨੇ, ਤੇ ਖਾਸ ਕਰਕੇ ਵੱਡਾ ਸਵਾਲ ਉਦੋਂ ਖੜਾ ਹੋਇਆ ਜਦੋਂ ਇੱਕ ਅਖਬਾਰ ਦੇ ਵਿੱਚ ਖਬਰ ਲੱਗੀ ਰਾਜ ਮੰਤਰੀ ਸੋਮ ਪ੍ਰਕਾਸ਼ ਜੀ ਦੀ ਵੀ 18 ਤਰੀਕ ਤੱਕ ਇਹ ਮਸਲਾ ਸੁਲਝ ਜੂ। ਅੱਜ ਜਦੋਂ ਅਸੀਂ ਇਹ ਇੰਟਰਵਿਊ ਰਿਕਾਰਡ ਕਰ ਰਹੇ ਹਾਂ 19 ਤਰੀਕ ਹੋ ਚੁੱਕੀ ਆ, ਹਜੇ ਤੱਕ ਕੋਈ ਸੱਦਾ ਆਇਆ ਹੈਗਾ ਕਿਸਾਨ ਜਥੇਬੰਦੀਆਂ ਨੂੰ ਜਾਂ ਆ ਸਕਦਾ ਗਾ, ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਤੇ ਖਾਸ ਤੌਰ ਤੇ ਗੱਲਬਾਤ ਰਹੇਗੀ ਇੱਕ ਮੰਚ ਤੇ ਇਕੱਠੇ ਹੋਣ ਦੀ ਵੀ। ਕੀ ਇੱਕ ਮੰਚ ਤੇ ਹੁਣ ਜਥੇਬੰਦੀਆਂ ਦੇ ਪ੍ਰਧਾਨ ਜਾਂ ਜਥੇਬੰਦੀਆਂ ਦੇ ਨੁਮਾਇੰਦੇ ਆਉਣਗੇ ਜਾਂ ਫਿਰ ਉਹਨਾਂ ਦਾ ਆਪਸੀ ਜਿਹੜਾ ਰੇੜਕਾ ਗਾ ਉਹ ਉੱਦਾਂ ਹੀ ਬਰਕਰਾਰ ਆ? ਕੈਮਰੇ ਦੇ ਸਾਹਮਣੇ ਤਸਵੀਰਾਂ ਕੁਝ ਹੋਰ ਨੇ ਤੇ ਪਿੱਛੇ ਕੁਝ ਹੋਰ ਨੇ। ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸਰਜੀਤ ਸਿੰਘ ਫੂਲ ਜੀ। ਫੂਲ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਫੂਲ ਸਾਹਿਬ, 19 ਤਰੀਕ ਹੋ ਚੁੱਕੀ ਆ, ਅਖਬਾਰ ਦੇ ਵਿੱਚ ਬਿਆਨ ਆਉਂਦਾ ਗਾ ਵੀ 18 ਤਰੀਕ ਤੱਕ ਇਹ ਮਸਲਾ ਹੱਲ ਹੋ ਜਾਊਗਾ। 18 ਨੂੰ ਕੋਈ ਕੁਛ ਨਹੀਂ ਹੋਇਆ। 18 ਨੂੰ ਚੰਡੀਗੜ੍ਹ ਮੀਟਿੰਗ ਹੋਈ ਹੈ ਕਿਸਾਨ ਜਥੇਬੰਦੀਆਂ ਦੀ। ਹੁਣ ਕੋਈ ਰਾਬਤਾ ਕਾਇਮ ਹੈਗਾ ਕੇਂਦਰ ਸਰਕਾਰ ਦੇ ਨਾਲ ਕਿ ਕੋਈ ਨਹੀਂ? ਦੇਖੋ ਜੀ, ਕੇਂਦਰ ਸਰਕਾਰ ਨਾਲ 13 ਤਰੀਕ ਦੀ ਦਿੱਲੀ ਮੀਟਿੰਗ ਹੋਈ ਸੀ ਜੀ। ਉਹਦੇ ਵਿੱਚ ਤੁਸੀਂ ਵੇਖਿਆ ਹੋ ਗਿਆ ਵੀ ਉਹਦਾ ਸਿੱਟਾ ਇਹ ਕਿਹਾ ਵੀ ਬੇਸਿੱਟਾ ਰਹੀ ਹੈ ਮੀਟਿੰਗ। ਉਹਦਾ ਕੋਈ ਸਿੱਟਾ ਨਹੀਂ ਨਿਕਲਿਆ। ਉਹਦਾ ਕੋਈ ਸਿੱਟਾ ਇਸੇ ਕਰਕੇ ਨਹੀਂ ਨਿਕਲਿਆ ਵੀ ਕੋਈ ਮਿਨੀਮਮ ਤੋਂ ਮਿਨੀਮਮ ਜਿਹੜੀ ਹੈਗੀ ਹੈ ਪੰਜਾਬ ਦੇ ਕਿਸਾਨਾਂ ਦੀ ਉਹਨਾਂ ਨੇ ਮੰਗ ਵੱਲ ਕੋਈ ਨਹੀਂ ਧਿਆਨ ਦਿੱਤਾ, ਕੋਈ ਮੰਨੀ ਨਹੀਂ ਉਹ। ਈਵਨ ਟ੍ਰੇਨਾਂ ਜਿਹੜੀਆਂ ਸੀਗੀਆਂ ਮਾਲ ਗੱਡੀਆਂ ਦੇ, ਅਸੀਂ ਕਹਿੰਦੇ ਆ ਵੀ ਸ਼ਾਰਟੇਜ ਆ ਰਹੀ ਹੈ, ਮਾਲ ਗੱਡੀਆਂ ਟਰੈਕ ਖਾਲੀ ਚਲਾ ਦੇ, ਉਹ ਵੀ ਨਹੀਂ ਉਹਨਾਂ ਨੇ ਮੰਨੀ। ਇਸ ਕਰਕੇ ਤਾਂ ਹੀ ਬੇਸਿੱਟਾ ਕਿਹਾ ਸੀਗਾ। ਤੇ ਉਸ ਤੋਂ ਬਾਅਦ ਕੋਈ ਸਾਡੇ ਨਾਲ ਤਾਲਮੇਲ ਨਹੀਂ। ਪਰ ਜੋ ਅਖਬਾਰ 'ਚ ਬਿਆਨ ਤੁਸੀਂ ਕਹਿੰਦੇ ਹੋ ਵੀ ਆਇਆ 18 ਤਰੀਕ ਨੂੰ ਓਮ ਪ੍ਰਕਾਸ਼ ਜਿਹੜੇ ਰਾਜ ਮੰਤਰੀ ਹੈ ਜੀ, ਉਹ ਸਾਨੂੰ ਤਾਂ ਉਹੀ ਉਹਦੀ ਕੋਈ ਤੋਖੀ ਨਹੀਂ ਲੱਗਦੀ, ਕਿਉਂਕਿ 18 ਤਰੀਕ ਨੂੰ ਤਾਂ ਮੀਟਿੰਗ ਹੋ ਰਹੀ ਹੈ 18 ਕਿਸਾਨ ਜਥੇਬੰਦੀਆਂ ਦੀ ਜੀ। ਐਂ ਤਾਂ ਇਹ ਨਹੀਂ ਵੀ ਕੋਈ ਜੁਆਇੰਟ ਮੀਟਿੰਗ ਹੋਊਗੀ ਤੇ ਨਾ ਕੋਈ ਜਿਹੜਾ ਉਹਨਾਂ ਨੇ ਕਿਹਾ ਵੀ ਐਡੀ ਛੇਤੀ ਹੱਲ ਹੋ ਜਾਊਗਾ। ਸਾਡੇ ਹਿਸਾਬ ਨਾਲ ਤਾਂ ਇਹ 3 ਕਾਨੂੰਨਾਂ ਨੂੰ ਰੱਦ ਕਰਾਉਣਾ, 2 ਆਰਡੀਨੈਂਸ ਹੈ ਜਿਹੜੇ ਬਿਜਲੀ ਵਾਲਾ ਤੇ ਪਰਾਲੀ ਵਾਲਾ, ਉਹਨਾਂ ਨੂੰ ਰੱਦ ਕਰਾਉਣਾ, ਇਹ ਛੋਟਾ ਮੋਟਾ ਮਾਮਲਾ ਨਹੀਂ, ਬਹੁਤ ਵੱਡੇ ਇਹ ਸਿਰ ਧੜ ਦੇ ਲੱਗ ਕੇ ਇਹ ਮਸਲਾ ਹੱਲ ਹੋਣ ਵਾਲਾ ਹੈ ਜੀ। ਸੋ ਇਸ ਕਰਕੇ ਉਹ ਮੰਤਰੀ ਕਹਿੰਦਾ ਵੀ 18 ਦੀ ਮੀਟਿੰਗ 'ਚ ਹੀ ਹੱਲ ਹੋ ਜਾਊਗਾ। ਸਾਡੇ ਹਿਸਾਬ ਨਾਲ ਤਾਂ ਐਵੇਂ ਉਹਦਾ ਸ਼ੋਸ਼ਾ ਕਿਹਾ ਜਾ ਸਕਦਾ ਉਹਨੂੰ। ਕਿਤੇ ਇਹ ਤਾਂ ਨਹੀਂ ਵੀ ਬੈਕ ਸਟੇਜ ਕਿਤੇ ਕੋਈ ਰਾਬਤਾ ਹੋਵੇ ਕਿਸੇ ਵੀ ਜਥੇਬੰਦੀ ਦਾ, ਕਿਉਂਕਿ ਐਡਾ ਵੱਡਾ ਬਿਆਨ ਆਉਣਾ ਅਖਬਾਰ ਦੇ ਵਿੱਚ ਛੋਟੀ ਗੱਲ ਨਹੀਂ ਵੀ 18 ਤੱਕ ਇਹ ਹੱਲ ਕਰ ਲਾਂਗੇ, ਸੁਲਝਾ ਲਾਂਗੇ ਸਾਰੀ ਗੱਲਬਾਤ। ਬੈਕ ਸਟੇਜ ਰਾਬਤਾ ਕਿਸੇ ਲੀਡਰ ਨਾਲ ਜਿਹੜਾ ਤੁਸੀਂ ਕਹਿੰਦੇ ਵੀ ਫੋਨ ਹੋਵੇ ਇਹ, ਪਰ ਉਹ ਜੇ ਬੈਕ ਸਟੇਜ ਰਾਬਤਾ ਹੋਊਗਾ ਤਾਂ ਉਹ ਐਂ ਤਾਂ ਇਹ ਨਹੀਂ ਵੀ ਫੋਨ ਤੇ ਸੱਦਾ ਆ ਜਾਊਗਾ। ਉਹ ਸਾਡਾ ਕ੍ਰਾਈਟੇਰੀਆ ਤੈਅ ਕੀਤਾ ਹੋਇਆ, ਪੈਮਾਨਾ ਤੈਅ ਕੀਤਾ ਹੋਇਆ ਵੀ ਜੇ ਸੱਦਾ, ਪਹਿਲੀ ਗੱਲ ਤਾਂ ਸਾਡਾ ਇਹ ਕੀਤਾ ਹੋਇਆ ਵੀ ਹੁਣ ਅਸੀਂ ਜਵਾਨੀ ਸੱਦਾ ਨਹੀਂ ਲਵਾਂਗੇ ਕੱਲੀ ਚਿੱਠੀ ਵਾਲਾ ਜੀ। ਸਾਡਾ ਇਹ ਹੈਗਾ ਵੀ ਉਹਨਾਂ ਦੇ ਪ੍ਰਪੋਜ਼ਲ ਆਵੇ। ਜੋ ਅਸੀਂ ਉੱਥੇ ਰੱਖਿਆ 2 ਮੀਟਿੰਗਾਂ ਦੇ ਵਿੱਚ, ਅਸੀਂ ਲਿਖਤੀ ਵੀ ਰੱਖਿਆ, ਅਸੀਂ ਜਵਾਨੀ ਵਿਆਖਿਆ ਵੀ ਕੀਤੀ ਹੈ ਵੀ ਉਹਦੇ ਜਵਾਬ ਦੇ ਵਿੱਚ ਸਰਕਾਰ ਦਾ ਪੱਖ ਕੀ ਹੈਗਾ, ਆਪਦਾ ਉਹ ਪ੍ਰਪੋਜ਼ਲ ਰਿਟਨ ਖਰੜੇ ਦੇ ਰੂਪ 'ਚ ਲੈ ਕੇ ਆਵੇ। ਜੇ ਉਹ ਆਊਗੀ ਫਿਰ ਅਸੀਂ ਪਹਿਲਾਂ ਕਰਾਂਗੇ ਮੀਟਿੰਗ ਜੀ।
ਮੀਟਿੰਗ ਤੋਂ ਬਾਅਦ ਜਿਹੜਾ ਹੈਗਾ ਉੱਥੇ ਜੇ ਬਣਿਆ ਸਾਡਾ ਵੀ ਹਾਂ ਜਾਣਾ ਚਾਹੀਦਾ ਮੀਟਿੰਗ ਤੇ ਜਾਵਾਂਗੇ, ਜੇ ਨਹੀਂ ਜਾਣਾ ਚਾਹੀਦਾ ਨਾ ਜਾਵਾਂਗੇ। ਕੋਈ ਐ ਨਹੀਂ ਵੀ ਕੋਈ ਇਕੱਲਾ ਲੀਡਰ ਹੈ ਉਹਦੇ ਨਾਲ ਸੋਮ ਪ੍ਰਕਾਸ਼ ਨੇ ਫੋਨ ਕਰ ਲਿਆ ਤੇ ਵੀ ਉਹ ਕਹਿ ਦੂਗਾ ਵੀ ਮੀਟਿੰਗ ਹੋ ਗਈ। ਜੇ ਸੱਦਾ ਆਉਂਦਾਗਾ, ਪ੍ਰਪੋਜ਼ਲ ਬਣ ਕੇ ਆਉਂਦਾਗਾ ਜਥੇਬੰਦੀਆਂ ਦੇ ਸਾਹਮਣੇ, ਫਿਰ 26 ਵਾਲਾ ਮੁਲਤਵੀ ਹੋਊਗਾ? ਬਿਲਕੁਲ ਨਹੀਂ ਜੀ, ਜੇ ਸੱਦਾ ਆਉਂਦਾ ਪ੍ਰਪੋਜ਼ਲ ਉਹਨਾਂ ਦਾ ਲਿਖਤੀ ਪ੍ਰਪੋਜ਼ਲ ਵੀ ਆ ਜਾਂਦੀ ਹੈ ਵੀ ਅਸੀਂ ਇਸ ਹਿਸਾਬ ਨਾਲ ਇਹਦਾ ਹੱਲ ਕਰਦੇ ਹਾਂ ਕਾਨੂੰਨਾਂ ਦਾ, ਫਿਰ ਵੀ ਉਹਦੇ ਤੇ ਮੀਟਿੰਗ ਦਾ ਜਾਣ ਦਾ ਤਾਂ ਹੋ ਜਾਊਗਾ। ਪਰ ਇਹ 26 ਤਰੀਕ ਵਾਲਾ ਇਸ ਕਾਸਟ ਤੇ ਜਾਂ ਇਸ ਸ਼ਰਤ ਤੇ ਪਿੱਛੇ ਪਵੇ, ਮੁਲਤਵੀ ਹੋਵੇ, ਰੱਦ ਹੋਵੇ, ਇਹ ਕਦਾਚਿਤ ਨਹੀਂ ਹੋਊਗਾ, ਇਹ ਅਟਲ ਹੈ। 26 ਵਾਲਾ ਦਾ ਸਿਰਫ ਇੱਕ ਹਾਲਤ ਦੇ ਵਿੱਚ ਹੀ ਮੁਲਤਵੀ ਹੋ ਸਕਦਾ, ਜੇ ਸਰਕਾਰ ਉਹਨੂੰ ਆਰਡੀਨੈਂਸ ਲੈ ਆਉਂਦੇ ਆ ਵੀ ਭਾਈ ਅਸੀਂ ਤਿੰਨੇ ਕਾਨੂੰਨ ਰੱਦ ਕਰਤੇ, ਨਵਾਂ ਆਰਡੀਨੈਂਸ ਲੈ ਆਉਂਦਾ ਸੀ। ਉਹਦਾ ਪ੍ਰਧਾਨ ਮੰਤਰੀ ਸਾਹਿਬ ਨੇ ਕਹਿਤਾ ਵੀ ਅਸੀਂ ਪਿੱਛੇ ਨਹੀਂ ਹਟਾਂਗੇ। ਹਾਂ, ਉਹ ਉਹਨਾਂ ਨੇ ਕਿਹਾ ਵੀ ਪਿੱਛੇ ਨਹੀਂ ਹਟਾਂਗੇ। ਸੋ ਇਸ ਕਰਕੇ ਵੀ 26 ਵਾਲਾ ਅਟਲ ਹੈ ਜੀ, ਕੋਈ ਦੁਨੀਆ ਦੀ ਤਾਕਤ ਹੈ ਜਿਹੜੀ ਉਹਨੂੰ ਨਹੀਂ ਹਿਲਾ ਚਲਾ ਸਕਦੀ। ਤੇ ਅੱਜ ਆ ਜਿਹੜੀ ਸਾਨੂੰ ਨਵੀਂ ਜਿਹੜੀ ਡਿਵੈਲਪਮੈਂਟ ਹੈਗੀ, ਜਿਹੜਾ ਵੀ ਇਹਨੂੰ ਇੰਡੀਆ ਇਹਦੇ ਤਾਲਮੇਲ ਆ ਸਭ ਤੋਂ ਸਾਰੇ ਦੁਨੀਆ ਦੇਸ਼ ਦੇ ਕਿਸਾਨਾਂ ਦੀ ਬਣੇ, ਉਹਦੇ ਤੇ ਜਿਹੜੀਆਂ ਦੋ ਵੱਡੇ ਗਰੁੱਪ ਸੀਗੇ ਇੰਡੀਆ ਲੈਵਲ ਦੇ ਜਥੇਬੰਦੀਆਂ ਦੇ ਜੀ, ਇੱਕ ਚ 250 ਦੇ ਲਗਭਗ ਸੀਗੀਆਂ, 350, ਇੱਕ 250 ਸੀ, 500 ਜਥੇਬੰਦੀਆਂ ਬਣਦੀਆਂ ਸੀ ਪਹਿਲਾਂ। ਪਿੱਛੇ 27 ਅਕਤੂਬਰ ਨੂੰ ਤੇ 3 ਨਵੰਬਰ ਨੂੰ ਮੀਟਿੰਗਾਂ ਵੀ ਹੋ ਗਈਆਂ ਦਿੱਲੀ 'ਚ ਜੀ। ਉਹਨਾਂ ਦਾ ਇਕੱਠੇ ਹੋ ਕੇ ਇੱਕ ਸਾਂਝਾ ਕਿਸਾਨ ਮੋਰਚਾ ਫਾਰਮ ਹੋ ਗਿਆ ਜੀ। ਤੇ ਉਹਦੀ ਅੱਜ ਸਾਂਝੇ ਕਿਸਾਨ ਮੋਰਚੇ ਦੀ, ਜਿਹਦੇ ਵਿੱਚ 500 ਦੇ ਲਗਭਗ ਜਥੇਬੰਦੀਆਂ, ਉਹਦੀ ਅੱਜ ਚੰਡੀਗੜ੍ਹ ਉਸੇ ਕਿਸਾਨ ਭਵਨ ਦੇ ਵਿੱਚ 11 ਵਜੇ ਮੀਟਿੰਗ, ਹੁਣ ਜਦੋਂ ਆਪਾਂ ਬੈਠੇ ਮੀਟਿੰਗ ਉਹਨਾਂ ਦੀ ਚੱਲ ਰਹੀ ਹੈ ਜੀ। ਸੋ ਇਸ ਕਰਕੇ ਜਿਹੜੀ ਇਹ ਉਹਦੀ ਘੇਰਾਬੰਦੀ ਵਾਲੀ ਹੈ, ਕੂਚ ਕਰੋ ਦਿੱਲੀ ਨੂੰ ਤੇ ਦਿੱਲੀ ਨੂੰ ਘੇਰੋ, ਉਹਨਾਂ ਚਿਰ ਤੱਕ ਘੇਰੋ ਜਿੰਨਾ ਚਿਰ ਤੱਕ ਉਹਦੇ ਕੰਨ ਤੇ ਜੂੰ ਨਾ ਸਰਕ ਜਾਵੇ ਜਾਂ ਉਹਨੂੰ ਮਾੜਾ ਮੋਟਾ ਸੇਕ ਨਾ ਲੱਗੇ। ਉਹਦੀ ਅੱਜ ਉੱਥੇ ਵੀ 500 ਜਥੇਬੰਦੀਆਂ ਦਾ ਜਿਹੜਾ ਸਾਂਝਾ ਕਿਸਾਨ ਮੋਰਚਾ, ਉਹਦੇ ਵਿੱਚ ਵੀ ਪਲਾਨ ਬਣ ਜਾਣੀ ਹੈ ਜੀ। ਰਾਮਲੀਲਾ ਮੈਦਾਨ ਦੇ ਵਿੱਚ ਤੁਸੀਂ ਪਰਮਿਸ਼ਨ ਮੰਗੀ ਸੀਗੀ ਧਰਨੇ ਲਈ, ਉੱਥੇ ਪਰਮਿਸ਼ਨ ਨਹੀਂ ਮਿਲੀ, 144 ਲੱਗ ਚੁੱਕੀ ਆ, ਕਰੋਨਾ ਮਹਾਮਾਰੀ ਦਾ ਹਵਾਲਾ ਦਿੱਤਾ ਗਿਆ ਹੈਗਾ। ਤੁਸੀਂ ਕੀ ਸਮਝਦੇ ਹੋ ਵੀ ਦਿੱਲੀ ਤੁਹਾਨੂੰ ਵੜਨ ਦੇਣਗੇ? ਸਾਡੇ ਵੱਡੇ ਅਸੈਸਮੈਂਟ 99% ਇਹ ਹੈਗੇ ਆ ਵੀ ਦਿੱਲੀ ਉਹ ਸਾਨੂੰ ਕਦਾਚਿਤ ਵੀ ਵੜਨ ਨਹੀਂ ਦੇਣਗੇ, ਕਿਉਂਕਿ ਇਹ ਜਿਹੜਾ ਕਰੋਨਾ ਵਾਲਾ ਇਕੱਲਾ ਮੋਦੀ ਨੇ ਨਹੀਂ, ਜਿਹੜੀ ਉੱਥੋਂ ਦੀ ਦਿੱਲੀ ਦੀ ਸਰਕਾਰ ਦਾ ਮੁੱਖ ਮੰਤਰੀ ਕੇਜਰੀਵਾਲ ਹੈ ਜੀ, ਉਸ ਨੇ ਵੀ ਕਹਿਤਾ ਵੀ ਅਸੀਂ 1-2 ਦਿਨਾਂ ਦੇ ਵਿੱਚ ਦੁਬਾਰੇ ਲਾਕਡਾਊਨ ਲਾਉਣ ਜਾ ਰਹੇ ਹਾਂ। ਇਸ ਕਰਕੇ ਜੇ ਉਹ ਲਾਕਡਾਊਨ ਲਾਉਣ ਜਾ ਰਹੇ, ਸਾਡੇ ਹਿਸਾਬ ਨਾਲ ਜੇ ਦਿੱਲੀ ਦੀ ਸਰਕਾਰ, ਸੈਂਟਰ ਦੀ ਸਰਕਾਰ ਦੋਨੇ ਇਸ ਗੱਲ ਤੇ ਕੋਵਿਡ ਵਾਲੀ ਗੱਲ ਤੇ ਇੱਕਮਤ ਹੈ ਤਾਂ ਸਾਨੂੰ ਉੱਥੇ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦੇਣਗੇ ਉਹ। ਸਾਡਾ 99 ਕਿ 100% ਕੋਈ ਸਾਡੀ ਅਸੈਸਮੈਂਟ ਹੈ, ਅੰਦਾਜ਼ਾ ਹੈ ਸਾਡਾ ਜੀ। ਸੋ ਇਸ ਹਾਲਤ ਦੇ ਵਿੱਚ ਜੇ ਨਹੀਂ ਵੀ ਜਾਣ ਦੇਣਗੇ ਤਾਂ ਇਹ ਐ ਨਹੀਂ ਹੋਊਗਾ ਵੀ ਫਿਰ ਕੋਈ ਰਾਹ ਨਹੀਂ ਰਹੂਗਾ, ਕੋਈ ਰਣਨੀਤੀ ਨਹੀਂ ਰਹੂਗੀ, ਕੋਈ ਰਾਹ ਨਹੀਂ ਬਚਿਆ। ਬਹੁਤ ਰਸਤੇ ਹੋਰ ਹੈ ਉਹ ਜੇ ਨਹੀਂ ਵੀ ਜਾਣ ਦਿੰਦੇ। ਉਹ ਤਾਂ ਸਿੱਧਾ ਹੀ ਹੈਗਾ ਵੀ ਅਸੀਂ ਦਿੱਲੀ ਨੂੰ ਜਿਹੜਾ ਕੂਚ ਕਰਨਾ, ਇਹ ਬਹੁਤ ਇਤਿਹਾਸਕ ਦਿਨ ਦੇ ਤੌਰ ਤੇ ਵੀ ਜੁੜ ਗਿਆ ਵੀ ਉਹੀ ਮਹੀਨਾ ਹੈ ਨਵੰਬਰ ਤੇ ਉਹੀ 24 ਤਰੀਕ ਹੈ ਜਿਸ ਦਿਨ ਗੁਰੂ ਤੇਗ ਬਹਾਦਰ ਨੇ ਪਹਿਲਾਂ ਨਵੰਬਰ ਮਹੀਨੇ 'ਚ ਕੂਚ ਕੀਤਾ ਸੀ ਤੇ 24 ਨਵੰਬਰ ਨੂੰ ਉਹਨਾਂ ਨੂੰ ਦਿੱਲੀ 'ਚ ਚਾਂਦਨੀ ਚੌਕ 'ਚ ਸ਼ਹੀਦ ਕੀਤਾ ਸੀ। ਉਸੇ ਦਿੱਲੀ ਹੈ, ਉਹੀ ਲੋਕ ਹੈ ਪੰਜਾਬ ਦੇ ਜਿਹੜੇ ਮੌਕੇ, ਜਿਹੜੇ ਸਮਝ ਲਓ ਗੁਰੂ ਤੇਗ ਬਹਾਦਰ ਨੂੰ ਜਿਹੜੇ ਮੌਕੇ ਸ਼ਹੀਦ ਹੋਏ ਸੀਗੇ। ਅਸੀਂ ਇਸ ਕਰਕੇ ਵੀ ਉਹ ਕੂਚ ਕਰਨ ਦਾ ਉਸੇ ਦਿਨ ਤੇ ਇਹ ਜਿਹੜਾ ਕੀਤਾ ਹੈ ਵੀ ਅਸੀਂ ਇਹ ਕਦਾਚਿਤ ਨਹੀਂ ਹੋਊਗਾ ਵੀ ਇਹ ਵਾਪਸ ਲੈ ਲਗੇ। ਠੀਕ ਹੈ, ਜੇ ਸਾਨੂੰ ਨਹੀਂ ਜਾਣ ਦੇਣਗੇ ਫਿਰ ਅਸੀਂ ਉਹ ਸਾਨੂੰ ਰੋਕਣਗੇ ਰਸਤਿਆਂ 'ਚ, ਤੇ ਅਸੀਂ ਕਿੱਥੇ ਰੂਟ ਪਲਾਨ ਅਸੀਂ ਬਣਾਏ ਹੋਏ ਆ ਸਾਰਾ ਆਪਦਾ, ਜਿਹੜੀ ਉਹਨਾਂ ਦੇ ਉੱਥੇ ਅਸੀਂ ਸਾਰਾ ਕੁਝ ਪੱਕੇ ਮੋਰਚੇ ਲਾ ਦਿਆਂਗੇ ਤੇ ਸਾਰਾ ਕਹਿੰਦਾ ਵੀ ਦਿੱਲੀ ਨਾਲੋਂ ਦੂਜੀਆਂ ਸਟੇਟਾਂ ਕੱਟ ਆਫ ਹੋ ਜਾਣਗੀਆਂ, ਦਿੱਲੀ ਘਿਰ ਜਾਊਗੀ ਦੂਜੀਆਂ ਸਟੇਟਾਂ। ਹਰਿਆਣਾ ਸਰਕਾਰ ਨਾਲ ਕੋਈ ਗੱਲਬਾਤ ਹੋਈ? ਕਿਉਂਕਿ ਹਰਿਆਣੇ ਦੇ ਵਿੱਚ ਵੀ ਬੀਜੇਪੀ ਗਵਰਨਮੈਂਟ ਹੈ। ਹਰਿਆਣਾ ਸਰਕਾਰ ਦੇ ਨਾਲ ਆਪਣਾ ਕਿਸਾਨ ਜਥੇਬੰਦੀਆਂ ਤਾਂ ਕੋਈ ਗੱਲ ਹੋਈ ਨਹੀਂ, ਨਾਲ ਕੋਈ ਹਰਿਆਣਾ ਸਰਕਾਰ ਉਵੇਂ ਅਥਾਰਟੀ ਆ ਕੋਈ, ਉਹ ਤਾਂ ਜਿਹੜੀ ਦਿੱਲੀ ਸਰਕਾਰ ਨਾਲ। ਇਹ ਵੀ ਹੋ ਸਕਦਾ ਵੀ ਹਰਿਆਣੀ ਰੋਕ ਲੈਣ ਤੁਹਾਨੂੰ? ਹਾਂ, ਇਹ ਵੀ ਸਾਡੇ ਹੈ, ਕਿਉਂਕਿ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੋਣ ਕਰਕੇ ਉਹਨਾਂ ਨੂੰ ਐ ਵੀ ਦਿੱਲੀ ਦੇ ਨੇੜੇ ਨਾ ਪਹੁੰਚਣ। ਇਹ ਜਿੱਥੇ ਪੰਜਾਬ ਤੇ ਹਰਿਆਣੇ ਦੀਆਂ ਸਰਹੱਦਾਂ ਹੈਗੀਆਂ ਨੇ ਉੱਥੇ ਹੀ ਸਾਨੂੰ ਸੁਭਾਵਨਾ ਹੈਗੀ ਰੋਕ ਦੇ। ਦੋਨੋਂ ਸਥਿਤੀਆਂ ਦੇ ਵਿੱਚ ਜੇ ਹਰਿਆਣੇ ਦੀ ਸਰਕਾਰ ਰੋਕ ਲੈਂਦੀ ਉੱਥੇ ਕੀ ਕਰਨਾ, ਜੇ ਗਾਹਾਂ ਦਿੱਲੀ ਦੀ ਸਰਕਾਰ ਆਪਦੀਆਂ ਹੱਦਾਂ ਤੇ ਰੋਕ ਲੈਂਦੀ ਹੈ, ਜਿੱਥੇ ਬਹਾਦਰਗੜ੍ਹ ਹੈ ਜਾਂ ਹੋਰ 4 ਚੁਫੇਰੇ ਜਿੱਥੇ ਦਿੱਲੀ ਦੀ ਬਾਉਂਡਰੀ ਸ਼ੁਰੂ ਹੋ ਜਾਂਦੀ ਹੈ, ਜੇ ਉੱਥੇ ਰੋਕ ਲੈਂਦੀ ਹੈ ਤਾਂ ਉਹਦੀ ਕੀ ਪਲਾਨ ਹੈ? ਉਹ ਸਾਡੀ ਪਲਾਨ ਸਾਰੇ ਰੂਟ ਪਲਾਨ ਬਣਾਈ ਹੋਈ ਹੈ ਜੀ। ਇੱਕ ਗੱਲ ਨਿਕਲ ਕੇ ਸੁਰਜੀਤ ਜੀ ਹੋਰ ਵੀ ਸਾਹਮਣੇ ਆ ਰਹੀ ਹੈ, ਕ੍ਰੈਡਿਟ ਵਾਰ, ਵੀ ਜਿਹੜਾ ਇਹ ਸੰਘਰਸ਼ ਚੱਲ ਰਿਹਾ ਹੈਗਾ ਇਹਦਾ ਸਿਹਰਾ ਮੈਂ ਆਪਦੇ ਸਿਰ ਬਣਾਵਾਂ 30 ਕਿਸਾਨ ਜਥੇਬੰਦੀਆਂ ਨੇ। ਜੇ ਆਪਾਂ ਪੰਜਾਬ ਸੰਘਰਸ਼ ਕਮੇਟੀ ਦੀ ਗੱਲ ਕਰਦੇ ਹਾਂ ਜਾਂ ਜਥੇਬੰਦੀ ਉਗਰਾਹਾਂ ਦੀ ਗੱਲ ਕਰ ਰਹੇ ਹਾਂ, ਉਹ ਤੁਹਾਡੇ ਨਾਲ ਤਾਲਮੇਲਮੇ ਰੂਪ ਦੇ ਵਿੱਚ ਆ। ਹਜੇ ਵੀ ਇੱਕ ਸਟੇਜ ਦੇ ਉੱਤੇ ਕਿਉਂ ਨਹੀਂ ਤੁਸੀਂ? ਹਜੇ ਵੀ ਇਹ ਜਿਹਾ ਕੀ ਰੇੜਕਾ ਚੱਲ ਰਿਹਾ ਹੈਗਾ? ਇੱਕ ਪਾਸੇ ਮੀਡੀਆ ਦੇ ਸਾਹਮਣੇ ਇਹ ਬਿਆਨ ਆਉਂਦੇ ਨੇ ਵੀ
ਇਸ ਮੁੱਦੇ ਦੇ ਉੱਤੇ ਸਾਰੀਆਂ ਜਥੇਬੰਦੀਆਂ ਇੱਕ ਮਤ ਨੇ ਤੇ ਦੂਸਰੇ ਪਾਸੇ ਇਹ ਵੀ ਬਿਆਨ ਆਉਂਦੇ ਨੇ ਅਸੀਂ ਇੱਕ ਸਟੇਜ ਦੇ ਉੱਤੇ ਨਹੀਂ ਰਹਾਂਗੇ। ਸਾਡੀ ਝੰਡਾ ਸਿੰਘ ਜੀ ਦੇ ਨਾਲ ਵੀ ਗੱਲਬਾਤ ਹੋਈ ਆ, ਪੰਜਾਬ ਸੰਘਰਸ਼ ਕਮੇਟੀ ਵੀ ਹਾਜ਼ਰ ਨਹੀਂ ਹੁੰਦੀ ਕਈ ਮੀਟਿੰਗਾਂ ਦੇ ਵਿੱਚ, ਬਹੁ ਗਿਣਤੀ ਮੀਟਿੰਗਾਂ ਦੇ ਵਿੱਚ ਉਹ ਹਾਜ਼ਰ ਨਹੀਂ ਰਹਿੰਦੇ। ਕੀ ਪ੍ਰੋਬਲਮ ਆ? ਹਜੇ ਵੀ ਉਹ ਜਿਹੜਾ ਧੌਣ ਚ ਕਿੱਲੇ ਵਾਲੀ ਗੱਲ ਆ, ਇਹ ਗੱਲ ਆ ਕਿਉਂਕਿ ਲੋਕ ਦੋ ਚਿੰਤਾ ਦੇ ਵਿੱਚ ਨੇ, ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਲੋਕ ਨੈਗੇਟਿਵ ਗੱਲ ਜ਼ਿਆਦਾ ਫੜਦੇ ਨੇ ਤੇ ਲੋਕਾਂ ਦੇ ਵਿੱਚ ਇਹ ਵੀ ਆ ਵੀ ਕਿਸਾਨ ਯੂਨੀਅਨ ਦੇ ਜਿਹੜੇ ਮੇਨ ਆਗੂ ਨੇ ਉਹ ਫੇਰ ਉਹੀ ਕਰਨਗੇ ਜੋ ਸ਼ਾਇਦ ਕਿਤੇ ਪਹਿਲਾਂ ਕਦੇ ਨਾ ਕਦੇ ਕਿਸੇ ਨੇ ਕੀਤਾ ਗਾ। ਦੇਖੋ ਜੀ, ਇਹ ਗੱਲ ਜਿਹੜਾ ਤੁਹਾਡਾ ਸਵਾਲ ਹੈ ਬੜਾ ਪ੍ਰਸੰਗਕ ਹੈ ਜੀ। ਇਹ ਹਕੀਕਤ ਵੀ ਹੈ ਵੀ ਦੋ ਕਿਸਾਨ ਜਥੇਬੰਦੀਆਂ ਨੇ, ਇੱਕ ਗਰਾਹਾਂ ਵਾਲੀ ਹੈ ਤੇ ਇੱਕ ਜਿਹੜੀ ਸਤਨਾਮ ਸਿੰਘ ਪੰਨੂ ਦੀ ਅਗਵਾਈ ਵਾਲੀ ਕਿਸਾਨ ਸੰਘਰਸ਼ ਕਮੇਟੀ ਹੈ ਜੀ। ਦੋਹੇ ਉਹ ਕਿਸਾਨ ਸੰਘਰਸ਼ ਕਮੇਟੀ ਵਾਲੇ ਤਾਂ ਕਿਸੇ ਮੀਟਿੰਗ 'ਚ ਵੀ ਨਹੀਂ ਆਏ, ਨਾ 30 ਵਾਲੀ ਮੀਟਿੰਗ 'ਚ ਆਏ ਨਾ ਦਿੱਲੀ ਵਾਲੀ ਮੀਟਿੰਗ 'ਚ ਆਏ ਜੀ। ਉਹਨਾਂ ਦਾ ਤਾਂ ਬਿਲਕੁਲ ਆਜ਼ਾਦ ਹੀ ਹੈ ਕੰਮ ਜੀ। ਬਸ ਉਹਨਾਂ ਦਾ ਤਾਂ ਇੰਨਾ ਹੀ ਹੈਗਾ ਵੀ ਇਹੀ ਮੁੱਦੇ ਉਹਨਾਂ ਕੋਲੇ ਉਹੀ ਸੇਮ ਹੈ, ਇਹੀ ਜਿਹੜੇ ਕਾਨੂੰਨਾਂ ਵਾਲੇ ਮੁੱਦੇ ਹੈ ਜਾਂ ਜਿਹੜੋ 8 ਹੋਰ ਮੰਗਾਂ ਹੈਗੀਆਂ ਨੇ ਇਹਦੀਆਂ ਕਾਨੂੰਨਾਂ ਵਾਲੀਆਂ ਮੰਗਾਂ ਦੇ ਮੁੱਦਿਆਂ ਦੇ ਸਮੇਤ ਜੀ, ਉਹ ਮੰਗਾਂ ਮੁੱਦੇ ਉਹਨਾਂ ਦੇ ਸੇਮ ਹੈ ਜੀ। ਘੋਲਦੀਆਂ ਫਾਰਮਾਂ ਵੀ ਲਗਭਗ ਉਹੀ ਸੇਮ ਹੈ, ਕੋਈ ਐ ਨਹੀਂ ਵੀ ਜਿਹੜੀਆਂ 30 ਜਥੇਬੰਦੀਆਂ ਨੇ ਮਤਲਬ ਘੋਲਦੀਆਂ ਫਾਰਮਾਂ ਦੇ ਵਿੱਚ ਵੀ ਟੋਲ ਪਲਾਜ਼ਾ ਦਾ ਘਰਾਓ, ਮਾਲਜ ਦਾ ਘਰਾਓ, ਰੇਲਾਂ ਦਾ ਘਰਾਓ, ਉਹ ਘੋਲਦੀਆਂ ਫਾਰਮਾਂ ਵੀ ਸੇਮ ਹੈ, ਮੁੱਦੇ ਵੀ ਸੇਮ ਹੈ, ਪਰ ਉਹਨਾਂ ਦਾ ਐ ਕਹਿ ਲਓ ਵੀ ਇੱਕ ਬਿਲਕੁਲ ਉਹ ਹੁਣ ਤਾਲਮੇਲ ਦੇ ਵਿੱਚ ਵੀ ਹੈ ਨਹੀਂ ਉਹ ਜੀ, ਉਹ ਆਜ਼ਾਦ ਕਹਿ ਸਕਦੇ ਆ। ਉਹਨਾਂ ਦਾ 30 ਜਥੇਬੰਦੀਆਂ ਵਾਲਾ ਜਿਹੜਾ ਦੇ ਪਲੇਟਫਾਰਮ ਤੋਂ ਜਿਹੜਾ ਸੰਘਰਸ਼ ਹੈ ਉਹਦੇ ਪੈਰਲਲ ਉਹਦੇ ਮੁਕਾਬਲੇ ਉਹਨਾਂ ਦਾ ਆਜ਼ਾਦਾਨਾ ਤੌਰ ਤੇ ਉਹ ਕਰ ਰਹੇ ਨੇ, ਤਾਲਮੇਲਮਾ ਵੀ ਨਹੀਂ ਕਿਹਾ ਜਾ ਸਕਦਾ ਹੁਣ। ਨਹੀਂ ਚਲੋ ਆਜ਼ਾਦ ਕਰ ਰਹੇ ਨੇ ਠੀਕ ਆ, ਪਰ ਇਹ ਕਿਉਂ ਨਹੀਂ ਹੋ ਰਿਹਾ ਵੀ ਇੱਕ ਸਟੇਜ ਤੇ ਹੁਣ ਦਿੱਲੀ ਜਾ ਰਹੇ ਹੋ, ਦਿੱਲੀ ਇੱਕ ਸਟੇਜ ਦੇ ਉੱਤੇ ਤਾਂ ਬੈਠਣਾ ਹੀ ਪਊਗਾ। ਜੇ ਰਾਮਲੀਲਾ ਗਰਾਊਂਡ ਦੇ ਵਿੱਚ ਪਹੁੰਚਦੇ ਹੋ ਇੱਕ ਸਟੇਜ ਤੇ ਤਾਂ ਬੈਠਣਾ ਪਊਗਾ, ਉੱਥੇ ਵੀ ਆਪਦੇ ਝੰਡੇ ਕੱਢੋਗੇ ਫਿਰ ਵੀ ਆਪਦੀ ਸਟੇਜ ਲੱਗੂਗੀ। ਉਹਨਾਂ ਨੇ ਜੀ ਵੇਖੋ ਉਹਨਾਂ ਨੇ ਪਹਿਲਾਂ ਹੀ ਤੈਅ ਕਰ ਲਿਆ ਆਪਦਾ ਵੱਖਰਾ ਰੂਟ, ਉਹਨਾਂ ਨੇ ਆਪਦੇ ਬਿਆਨ 'ਚ ਸਾਨੂੰ ਨਹੀਂ ਪਤਾ ਕੀ ਹੈ, ਜੋ ਉਹਨਾਂ ਦਾ ਅਖਬਾਰ 'ਚ ਬਿਆਨ ਆਇਆ ਗਰਾਹਾਂ ਦਾ, ਉਹਨਾਂ ਦਾ ਇਹ ਆਇਆ ਵੀ ਅਸੀਂ 2 ਨਾਕਿਆਂ ਤੇ ਜਿਹੜੇ ਹਰਿਆਣੇ ਦੀ ਹੱਦ ਤੇ ਹੈ, ਇੱਕ ਡੱਬੜੀ ਵਾਲਾ ਇੱਕ ਘਨੌਰੀ ਵਾਲਾ ਜੀ, ਵੀ ਉੱਥੇ ਅਸੀਂ ਰੁਕਾਂਗੇ ਜੀ। ਇਹਦਾ ਭਾਵ ਉਹਨਾਂ ਦੀ ਅਸੈਸਮੈਂਟ ਤਾਂ ਹੈਗੀ ਵੀ ਗਾਂ ਦਿੱਲੀ ਜਾਣ ਨਹੀਂ ਦੇਣਾ, ਇੱਥੇ ਰੋਕ ਲੈਣਾ। ਉੱਥੇ ਉਹਨਾਂ ਨੇ ਪਹਿਲਾਂ ਹੀ ਅਨਾਉਂਸ ਕਰਤਾ ਆਪਦਾ, ਰੋਕ ਲਿਆ ਵੀ ਇਹ ਰਾਹ ਸਾਡੇ ਆ। ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਵੀ ਸੀਗਾ, ਫੋਨ ਤੇ ਵੀ ਪੁੱਛਿਆ ਸੀ ਵੀ ਜੇ ਦੂਜੀਆਂ ਜਥੇਬੰਦੀਆਂ ਦੇ ਵੀ ਜਿਹੜੀਆਂ ਨੇੜੇ ਪੈਂਦੀਆਂ ਨੇ ਉਹਨਾਂ ਨੇ ਵੀ ਉਸੇ ਰੂਟ ਤੇ ਆਉਣਾ ਹੋਵੇ, ਉਹ ਫਿਰ ਕਹਿੰਦੇ ਵੀ ਆਪਦੀ ਅੱਡ ਸਟੇਜ ਲਾ ਲੈਣ। ਜੇ ਦੂਜੀਆਂ ਅਸੀਂ ਕਿਹਾ ਫਿਰ ਇਹ ਤਾਂ ਖੜ੍ਹ ਪਊਗਾ ਜਾਂ ਉਹਦਾ ਡਿਸਟਰਬੈਂਸ ਹੋਊਗੀ, ਉਹਦਾ ਡਿਸਟਰਬੈਂਸ ਤਾਂ ਹੋਊਗੀ। ਸੋ ਇਸ ਕਰਕੇ ਵੀ ਉਹਨਾਂ ਦਾ ਇੱਕ ਤਰ੍ਹਾਂ ਦੀ ਜਿਵੇਂ ਆਪਦੀ ਆਇਡੈਂਟੀਟੀ ਬਾਰ ਹੈ ਜਾਂ ਕਹਿ ਲਓ ਜਿਹੜੇ ਤੁਸੀਂ ਕਿਹਾ ਆਪਦੀ ਉਹਦੇ ਇਹ ਪਾਰਟ ਲੱਗਦਾ ਵੀ ਤਾਂ ਕਿ ਜਿਹੜੀ ਹੈ ਜੇ ਸਰਕਾਰ ਕੋਈ ਗੱਲਬਾਤ ਕਰਦੀ ਆ, ਫੈਸਲਾ ਕਰਦੀ ਆ, ਤਾਂ ਸਾਨੂੰ ਉਹ 30 ਦੇ ਬਰਾਬਰ ਦੀ ਮਾਨਤਾ ਦੇ। ਤੁਹਾਨੂੰ ਲੱਗਦਾ ਨਹੀਂ ਵੀ ਇਹ ਚੀਜ਼ ਜਿਹੜਾ ਸੰਘਰਸ਼ ਹੈ ਇਹਨੂੰ ਖੀਰੂ ਕਰ ਦੂ? ਇੱਕ ਪਾਸੇ ਗੱਲਾਂ ਹੋ ਰਹੀਆਂ ਨੈਸ਼ਨਲ ਮੂਵਮੈਂਟ ਬਣਾਉਣ ਦੀਆਂ ਇਸ ਸੰਘਰਸ਼ ਨੂੰ, ਇੱਕ ਪਾਸੇ ਇਹ ਗੱਲ ਹੋ ਰਹੀ ਹੈ, ਤੁਹਾਨੂੰ ਲੱਗਦਾ ਨਹੀਂ ਵੀ ਖੀਰੂ ਹੋ ਜੂ ਸਾਰਾ ਕੁਝ? ਦੇਖੋ ਜੀ, ਇਹਦਾ ਮੈਸੇਜ ਗਲਤ ਜਾ ਰਿਹਾ, ਇਹਦਾ ਕੋਈ ਰੌਲਾ ਨਹੀਂ। ਜਿਹੜਾ ਕਿਸਾਨਾਂ ਦੇ ਵਿੱਚ ਜਿਹੜਾ ਮੈਸੇਜ ਆਇਆ ਵੀ ਜਦੋਂ ਬਾਕੀ ਸਾਰੀਆਂ 500 ਇੱਕ ਪਲੇਟਫਾਰਮ ਤੇ ਆ ਗਈਆਂ, ਸਾਰੀਆਂ ਪੰਜਾਬ ਦੀਆਂ 30 ਇੱਕ ਪਲੇਟਫਾਰਮ ਤੇ ਆ ਗਈਆਂ, ਤਾਂ 2 ਨੂੰ ਵੀ ਇਹ ਇੱਕ ਪਲੇਟਫਾਰਮ ਤੇ ਆਉਣ ਦੇ ਕੋਈ ਦਿੱਕਤ ਨਹੀਂ। ਸਿਰਫ ਉਹਨਾਂ ਨੂੰ ਇਹ ਹੈਗਾ ਵੀ ਸਾਡਾ ਦੂਜੀਆਂ ਦੇ ਕੱਲੀ ਦੇ ਮੁਕਾਬਲੇ ਸਾਡਾ, ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਉਹ ਪੋਲੀਟੀਕਲ ਪਾਰਟੀਆਂ ਦੇ ਦੌੜ 'ਚ ਕਹਿੰਦੇ ਹੁੰਦੇ ਆ ਵੀ ਸਾਡੀ ਸਭ ਤੋਂ ਕੱਲੀ ਪਾਰਟੀ ਸਭ ਤੋਂ ਵੱਧ ਸੀਟਾਂ ਵਾਲੀ ਪਾਰਟੀ ਆ, ਭਾਵੇਂ ਕੱਲੀ ਦੀ ਮੈਜੋਰਟੀ ਹੈ ਨਹੀਂ ਪਰ ਸਿੰਗਲ ਵੱਡੀ ਪਾਰਟੀ ਸਾਡੀ ਹੈਗੀ ਹੈ। ਇਵੇਂ ਇਹ ਸਿੰਗਲ ਵੱਡੀ ਪਾਰਟੀ ਵੀ ਜੇ ਕੱਲੀ ਦੇ ਮੁਕਾਬਲੇ ਸਾਡੀ ਯੂਨੀਅਨ ਵੱਡੀ ਹੈ, ਵੀ ਉਹ ਵੱਡੀ ਦਾ ਜਿਹੜੀ ਦਿੱਖ ਹੈ ਦਿਖਾਵਾ ਜਿਹੜਾ ਹੈਗਾ ਪ੍ਰਦਰਸ਼ਨ ਹੈ, ਉਹ ਸਿਰਫ ਜੇ ਇੰਡੀਪੈਂਡੈਂਟ ਕਰਦੇ ਆ ਫੇਰ ਹੀ ਹੁੰਦਾ ਉਹ ਤੁਸੀਂ। ਪਰ ਇਹਦਾ ਮੈਸੇਜ ਕਿਸਾਨਾਂ 'ਚ ਮੈਸੇਜ ਗਲਤ ਜਾ ਰਿਹਾ ਵੀ ਹੁਣ ਕਾਨੂੰਨ ਵਾਪਸ ਕਰਾਉਣ ਦੇ ਸਿਰ ਧੜ ਦੀ ਲੱਗੀ ਹੋਈ ਹੈ ਉਹਦੀ, ਵੀ ਹੁਣ ਦਿੱਖ ਹੈ ਜਿਹੜੀ ਵੀ ਵੱਡੀ ਕਿਹੜੀ ਹੈ ਛੋਟੀ ਕਿਹੜੀ ਹੈ, ਇਹ ਦਿਖਾਉਣ ਦੇ ਮਾਮਲਾ ਹੈ ਨਹੀਂ ਹੁਣ। ਤੁਸੀਂ ਵੀ ਸੂਬਾ ਪ੍ਰਧਾਨ ਹੋ, ਇੱਕ ਜਥੇਬੰਦੀ ਦੀ ਨੁਮਾਇੰਦਗੀ ਕਰਦੇ ਹੋ, ਤੁਸੀਂ ਇੱਕ ਸਟੇਜ ਤੇ ਬੈਠਣ ਨੂੰ ਤਿਆਰ ਹੋ? ਜੇ ਮੈਂ ਤੁਹਾਡੀ ਗੱਲ ਕਰਦਾ, ਤੁਸੀਂ ਤਿਆਰ ਹੋ? ਅਸੀਂ ਤਾਂ ਜੇ ਉਹਨਾਂ ਨੂੰ ਕਿਹਾ ਵੀ ਮੀਟਿੰਗ 'ਚ ਆਓ 30 ਤਰੀਕ ਨੂੰ, ਤੇ ਆਪਣੀ ਜਿਹੜੀ 30 ਜਥੇਬੰਦੀਆਂ ਦੀ 30 ਤਰੀਕ ਨੂੰ 30 ਜਥੇਬੰਦੀਆਂ ਦੀ ਮੀਟਿੰਗ 'ਚ ਆਓ, ਪਹਿਲਾਂ ਆਉਂਦੇ ਵੀ ਰਹੇ ਆ 4-5 ਮੀਟਿੰਗਾਂ 'ਚ, ਇਹ ਗਰਾਹਾਂ ਵਾਲੀ ਮੀਟਿੰਗ 'ਚ ਆਏ। ਅਸੀਂ ਤਾਂ ਹੁਣ ਵੀ ਕਿਹਾ ਵੀ ਤੁਸੀਂ ਮੀਟਿੰਗ 'ਚ ਆਓ, ਉੱਥੇ ਆਪਦਾ ਸੁਝਾਅ ਵੀ ਦਿਓ, ਆਪਦੀ ਰਾਏ ਵੀ ਦਿਓ। ਹੋ ਸਕਦਾ ਤੁਹਾਡੀ ਜਥੇਬੰਦੀ ਵੱਡੀ ਹੈ, ਤੁਹਾਡੀ ਰਾਏ ਹੈ ਤੁਹਾਡੀ ਜਿਹੜੀ ਦੂਜਿਆਂ ਨੂੰ ਵੀ ਪ੍ਰਭਾਵਿਤ ਕਰ ਜੇ, ਪਰ ਇਹ ਆ ਨਹੀਂ ਰਹੇ। ਕਿਤੇ ਇਹਦਾ ਕਾਰਨ ਇਹ ਤਾਂ ਨਹੀਂ ਵੀ ਪਹਿਲਾਂ ਉਹਨਾਂ ਨੂੰ ਤੁਹਾਡੀਆਂ ਚੀਜ਼ਾਂ ਕੁਝ ਪਸੰਦ ਨਾ ਹੋਣ? ਕਈ ਇਹ ਵੀ ਆਰੋਪ ਲੱਗਦੇ ਆ ਵੀ ਕਈ ਪ੍ਰਧਾਨ ਜਾਂ ਕਈ ਜਥੇਬੰਦੀਆਂ ਵਿਕਦੀਆਂ ਰਹਿੰਦੀਆਂ, ਕਿਤੇ ਇਹ ਚੀਜ਼ ਤੋਂ ਨਾ ਡਰਦੇ ਹੋਣ ਉਹ? ਵੇਖੋ ਜੀ, ਇਹ ਤਾਂ ਫਿਰ ਜੇ ਵਿਕਦੀਆਂ ਹੈਗਾ ਉਹ ਤਾਂ ਜੇ ਜੱਡਾ ਵੱਡੇ ਜਿਹੜੀਆਂ ਨਾ ਵਿਕਣ ਵਾਲੀਆਂ ਜਥੇਬੰਦੀਆਂ, ਸੰਘਰਸ਼ੀਲ ਜਥੇਬੰਦੀਆਂ, ਖੜੀਆਂ ਕਿਸਾਨ ਜਥੇਬੰਦੀਆਂ ਕਹਿ ਲਓ, ਜੇ ਉਹਨਾਂ ਦੀ ਉੱਥੇ ਤੇਜ਼ ਮੈਜੋਰਟੀ ਹੋਊਗੀ, ਭਾਰੂ ਹੋਣਗੇ, ਫੇਰ ਹੀ ਉਹ ਵਿਕਣ ਵਾਲੇ ਤੋਂ ਵੀ
ਕਹਿਣ ਦਾ ਭਾਵ ਫੇਰ ਹੀ ਉਹਨੂੰ ਡਰ ਹੋਊਗਾ। ਜੇ ਤੁਸੀਂ ਕਹਿਣ ਦਾ ਭਾਵ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਵੀ ਵਿਕਣ ਵਾਲੇ ਆ, ਉਹਨਾਂ 'ਚ 30 'ਚ ਵਿਕਣ ਵਾਲੇ ਵੱਧ ਹੈਗੇ, ਫਿਰ ਤਾਂ ਤੁਸੀਂ ਗਰਾਊਂਡ ਉਹਨਾਂ ਦੇ ਹੱਥ 'ਚ ਦੇਤੀ। ਸੋ ਇਸ ਕਰਕੇ ਵੀ ਜੇ ਇਹੋ ਜਿਹੇ ਖਦਸ਼ੇ ਵੀ ਹੈਗੇ ਉਹ ਸਾਰਿਆਂ ਲਈ ਹੈਗੇ ਆ। ਸਾਡੇ ਹੁਣ 40 ਸਾਲ ਦੇ ਇੱਕ ਟੱਕ ਆਪਦੇ ਹਜੇ ਜਵਾਨੀ ਚੜ੍ਹਦੀ ਜਵਾਨੀ 'ਚ ਤੁਰੇ ਹੋਏ ਆ ਅਸੀਂ ਕਾਲਜ ਟਾਈਮ ਤੋਂ ਆਪਦੀ ਜ਼ਿੰਦਗੀ ਛੱਡ ਕੇ ਜੀ। ਤੇ ਸਾਨੂੰ ਕਿਹੜਾ ਫਿਕਰ ਨਹੀਂ ਇਸ ਗੱਲ ਦਾ ਵੀ ਜੇ ਕੋਈ ਇਹ ਕੁਝ ਵੇਚੂਗਾ ਜਾਂ ਵਿਕਣ ਵਾਲੀ ਵਿੱਚ ਆਪਦੀ ਮਨਮਰਜ਼ੀ ਕਰੂਗੀ ਤੇ ਅਸੀਂ ਵੀ ਕਿਉਂ ਸਹਿਣ ਕਰਾਂਗੇ। ਇਹ ਝੰਡੇ ਵਰਗਿਆਂ ਨੂੰ ਕਲਾ ਫਿਕਰ ਨਹੀਂ, ਸਾਨੂੰ ਵੀ ਉਹਨੇ ਫਿਕਰ ਹੈ। ਸੋ ਇਸ ਕਰਕੇ ਇਸ ਫਿਕਰ ਨੂੰ ਵਿੱਚ ਜਾ ਕੇ ਸਕਾ ਤੋਂ ਇਹਨੂੰ ਦੂਰ ਕੀਤਾ ਜਾ ਸਕਦਾ। ਕਿਤੇ ਮਨ ਦੇ ਵਿੱਚ ਇਹ ਤਸਵੀਰ ਤਾਂ ਨਹੀਂ ਬਣੀ ਵੀ ਲੋਕਾਂ ਦੀ ਜਿਹੜੀ ਯਾਦਦਾਸ਼ਤ ਆ ਉਹ ਬਹੁਤ ਬੜੀ ਛੋਟੀ ਹੁੰਦੀ ਆ, ਲੋਕ ਬਹੁਤ ਜਲਦੀ ਭੁੱਲ ਜਾਂਦੇ ਆ। ਪਰ ਇਸ ਵਾਰ ਜਿਹੜੀ ਮੂਵਮੈਂਟ ਹੈ ਇਹ ਜਾਗਰੂਕ ਹੋ ਪੂਰੀ ਤਰ੍ਹਾਂ ਵੀ ਜੇ ਇਸ ਵਾਰ ਇਦਾਂ ਦਾ ਕੁਝ ਹੁੰਦਾਗਾ ਤੇ ਲੋਕ ਛਿੱਤਰ ਬਹੁਤ ਫੇਰਨਗੇ। ਬਿਲਕੁਲ ਜੀ, ਇਸ ਬਾਰੇ ਅਸੀਂ ਦਿੱਲੀ ਵਾਲੀ ਮੀਟਿੰਗ 'ਚ ਵੀ ਮੰਤਰੀਆਂ ਨੂੰ ਵੀ ਕਹਿਤਾ ਸੀਗਾ ਵੀ ਹੁਣ ਅਸੀਂ ਇਹੋ ਜਿਹੀ ਸਟੇਜ ਤੇ ਆ ਗਏ ਜਥੇਬੰਦੀਆਂ ਜਾਂ ਮੋਰਚੇ ਨੇ ਇਹੋ ਜਿਹੀ ਕੁਦਰਤੀ ਸਟੇਜ ਪੈਦਾ ਕਰਤੀ ਵੀ ਜਿਹੜਾ ਇਹਦੇ 'ਚੋਂ ਹੁਣ ਖੱਬੇ ਸੱਜੇ ਜਾਊਗਾ, ਪਿੱਛੇ ਨੂੰ ਮੂੰਹ ਕਰਕੇ ਮੁੜੂਗਾ ਜੀ, ਉਹਦੀ ਸਿਆਸੀ ਤੌਰ ਤੇ ਤਾਂ ਮੌਤ ਹੋਣੀ ਆ ਉਹਦੀ। ਹੋ ਸਕਦਾ ਸਰੀਰਕ ਤੌਰ ਤੇ ਉਹਦੀ ਖੈਰ ਨਾ ਰਹੇ ਉਹਦੀ। ਇਸ ਕਰਕੇ ਹੁਣ ਕੋਈ ਸੌਖਾ ਠੱਠਾ ਨਹੀਂ ਵੀ ਇਹਦੇ ਵਿੱਚੋਂ ਕੋਈ ਮੁੜਿਆ ਆਊਗਾ ਵੀ ਯਾਰ ਛੱਡੋ ਤੇ ਇਹ ਤਾਂ ਹੁਣ ਨਹੀਂ ਜਿੱਤਿਆ ਜਾਂਦਾ, ਆਪਾਂ ਚੱਲ ਜਿਹੜੀਆਂ ਇੱਕ ਦੀ ਸਰਕਾਰ ਮੰਨਦੀ ਆ ਉਹ ਕਰ ਲਓ। ਜੇ ਆਰਡੀਨੈਂਸ ਵਾਲੀ ਗੱਲ ਨੂੰ ਵਿੱਚ ਛੱਡ ਕੇ ਆਉਂਦੇ ਆ, ਕਾਨੂੰਨ ਵਾਲੀ ਗੱਲ ਨੂੰ ਵਿੱਚ ਛੱਡ ਕੇ ਆਉਂਦੇ ਆ ਤਾਂ ਉਹਨਾਂ ਦੀ ਅਸੀਂ ਸਮਝਦੇ ਵੀ ਕਿਸੇ ਵੀ ਜਥੇਬੰਦੀ ਦੀ ਲੀਡਰਸ਼ਿਪ ਦੀ ਖੈਰ ਨਹੀਂ ਇਹ ਸਾਰੇ ਅਸਲ ਵਿੱਚ ਜਿਹੜਾ ਇਹ ਜੁੜੇ ਵੀ ਹੈਗੇ ਨੇ ਇਹ ਵੀ ਇਸੇ ਕਰਕੇ ਜੁੜੇ ਆ ਵੀ ਜੇ ਅਸੀਂ ਹੁਣ ਵਿੱਚੋਂ ਨਿਕਲਾਂਗੇ ਤਾਂ ਸਾਡਾ ਕਹਿਣ ਦਾ ਭਾਵ ਸਾਨੂੰ ਖੈਰ ਨਹੀਂ ਹੋਣੀ, ਸਾਨੂੰ ਲੋਕਾਂ ਦਾ ਛਿੱਤਰਾਂ ਦਾ ਘੇਰਨਗੇ, ਲੋਕ ਛਿੱਤਰ ਮਾਰਨਗੇ, ਕੋਈ ਰੌਲਾ ਨਹੀਂ ਇਸ ਗੱਲ ਦਾ ਜੀ। ਜੇ ਹੁਣ ਆਪਾਂ ਤੁਹਾਡੀ ਜਥੇਬੰਦੀ ਦੀ ਗੱਲ ਕਰਦੇ ਹਾਂ 26-27 ਦਾ ਕੀ ਪਲਾਨ ਰਹਿਣ ਵਾਲਾਗਾ? ਗਰਾਹਾਂ ਵਾਲਿਆਂ ਨੇ ਦੱਸਤਾ ਵੀ ਅਸੀਂ ਸਾਡੇ ਆਹ 2 ਰੂਟ ਆ, ਇਹ 2 ਰੂਟਾਂ ਤੋਂ ਜਾਣਾਗਾ। ਤੁਹਾਡਾ ਕੀ ਪਲਾਨ ਰਹਿਣ ਵਾਲਾਗਾ? 26 ਤੋਂ ਪਹਿਲਾਂ ਕਿਵੇਂ ਲਾਮਬੰਦ ਕਰ ਰਹੇ ਹੋ ਲੋਕਾਂ ਨੂੰ ਤੇ ਕਿਹੜਾ ਰੂਟ ਰਹੂਗਾ ਤੁਹਾਡੀ ਜਥੇਬੰਦੀ? ਹਾਂਜੀ ਦੇਖੋ, ਅਸੀਂ ਅੱਜ ਹੀ ਕਰਤਾ ਵੀ ਜਿਹੜੀਆਂ ਰੇਲਾਂ ਕੋਈ ਬੰਦ ਨਹੀਂ, ਅਸੀਂ ਦੂਜੀਆਂ ਪੈਸੇਂਜਰ ਟ੍ਰੇਨਾਂ ਨਹੀਂ ਜਾਣ ਦੇਣੀਆਂ ਜੀ। ਹਾਂ, ਜੇ ਉਹ ਅਸੀਂ ਕੱਲ ਕਿਹਾ ਪੰਜਾਬ ਸਰਕਾਰ ਦੇ ਮੰਤਰੀਆਂ ਨੇ ਵੀ ਅਪੀਲ ਕੀਤੀ ਸੀ ਵੀ ਤੁਸੀਂ ਮੰਨ ਲਓ ਤੁਸੀਂ ਸਾਰੇ ਟਰੈਕ ਛੱਡ ਦਿਓ, ਪੈਸੇਂਜਰ ਨੂੰ ਵੀ ਲੰਘ ਜਾਣ ਦੇ, ਤਾਂ ਅਸੀਂ ਕਿਹਾ ਸੀਗਾ ਵੀ ਪੈਸੇਂਜਰ ਤਾਂ ਜਦੋਂ ਲਾਕਡਾਊਨ ਸੀਗਾ ਉਦੋਂ ਵੀ ਬੰਦ ਰਹੀਆਂ ਨੇ, ਕੱਲੀਆਂ ਮਾਲ ਗੱਡੀਆਂ ਚੱਲਦੀਆਂ ਰਹੀਆਂ। ਹੁਣ ਕਿਉਂ ਨਹੀਂ ਕੱਲੀਆਂ ਮਾਲ ਗੱਡੀਆਂ ਚੱਲ ਸਕਦੀਆਂ? ਇੱਕ ਵਾਰੀ ਮਾਲ ਗੱਡੀਆਂ ਚਲਾਉਣ, ਉਦੋਂ ਬਾਅਦ ਅਸੀਂ ਹਫ਼ਤੇ ਬਾਅਦ ਵੇਖ ਲਾਂਗੇ ਵੀ ਠੀਕ ਆ ਵੀ ਭਾਈ ਉਹ ਮਾਹੌਲ ਸਾਜ਼ਗਰ ਹੈ ਤੇ ਅਸੀਂ ਮਤਲਬ ਸਾਜ਼ਗਰ ਮਾਹੌਲ ਦੇ ਵਿੱਚ ਅਸੀਂ ਉਹ ਵੀ ਛੱਡ ਸਕਦੇ, ਪਰ ਉਹ ਮੰਨੇ ਨਹੀਂ, ਇਸ ਕਰਕੇ ਸਾਡੀਆਂ ਬੰਦ ਨੇ। ਅਸੀਂ ਪੈਸੇਂਜਰਾਂ ਦਾ ਬੰਦ ਕੀਤਾ ਹੋਇਆ ਸਿਰਫ, ਪਰ ਅਸੀਂ ਆਏ ਹੈਗਾ ਵੀ ਟੋਕਨ ਹੀ ਆ ਉਹ, ਸਿਰਫ 21 ਜਾਂ 31 ਬੰਦਿਆਂ ਦਾ ਉੱਥੇ ਬੰਦੇ ਬੈਠਣਗੇ। ਬਾਕੀ ਸਾਰੀ ਜਨਤਾ ਨੂੰ ਕਹਿਤਾ ਵੀ ਉਹ ਪਿੰਡਾਂ 'ਚ ਟੋਲ ਪਲਾਜ਼ੇ ਵੀ ਰਹਿਣਗੇ ਤੇ ਰੇਲਾਂ ਤੇ ਜਿਹੜਾ ਹੁਣ ਤਾਂ ਸਾਡਾ 1000 1500 ਹੁੰਦਾ ਵੀ ਇੰਨਾ ਇਕੱਠ ਕਰਨ ਦੀ ਲੋੜ ਨਹੀਂ, 21 31 ਬੰਦੇ ਰਹਿਣ। ਬਾਕੀ ਸਾਰੇ ਬੰਦੇ ਪਿੰਡਾਂ 'ਚ ਵਹੀਕਲਾਂ ਦਾ ਪ੍ਰਬੰਧ ਕਰਨ, ਟਰੈਕਟਰ ਟਰਾਲੀਆਂ ਦਾ, ਰਾਸ਼ਨ ਪਾਣੀ ਦਾ ਪ੍ਰਬੰਧ ਕਰਨ, ਜੇ ਕਿਸੇ ਕੋਲੇ ਫੰਡ ਨਹੀਂ ਕਲੈਕਸ਼ਨ ਹੋਈ ਫੰਡ ਕਰਨ, ਉਹਦੀਆਂ ਤਿਆਰੀਆਂ 'ਚ ਆਪਣੀਆਂ ਸਾਰੀਆਂ ਲੱਗ ਦੇਣ। ਆਹ ਜਿਹੜਾ ਹਫ਼ਤਾ ਹੈਗਾ ਇਹ 26 ਦੀ ਤਿਆਰੀ ਤੇ ਸਾਰੇ ਦਾ ਸਾਰਾ ਝੋਕ ਦੇਣ, ਇਹ ਅਸੀਂ ਸੱਦਾ ਦਿੱਤਾ। ਜਿਹੜੇ ਸਾਡੇ ਰੂਟ ਪਲਾਨ ਹੈਗਾ ਉਹ ਅਸੀਂ ਦੇਖੋ ਜੀ, ਅਸੀਂ 2 ਆਪਸ਼ਨਾਂ ਲੈ ਕੇ ਚੱਲੇ ਆ ਵੀ ਇੱਕ ਤਾਂ ਜੇ ਇੱਥੇ ਹਰਿਆਣੇ ਦੇ ਹੱਥ ਹੀ ਰੋਕ ਲੈਂਦੇ ਆ, ਫਿਰ ਹਰਿਆਣੇ ਨੂੰ ਜਾਣ ਵਾਲੇ ਪੰਜਾਬ ਦੇ ਵਿੱਚੋਂ 10 ਲਾਂਘੇ ਆ ਵੱਡੇ ਜੀ। ਸ਼ੰਭੂ ਤੋਂ ਵੀ ਗਾਹਾਂ ਜਿਹੜਾ ਪਰਲਾ ਹੈਗਾ ਚੰਡੀਗੜ੍ਹ ਤੋਂ ਜਿਹੜਾ ਅੰਬਾਲਾ ਲਾਲੜੂ ਵਾਲਾ ਜਿਹੜਾ ਹੈ ਜੀ, ਉਹ ਪਹਿਲਾਂ ਹੈਗਾ ਉੱਧਰਲੇ ਪਾਸੇ ਹਿਮਾਚਲ ਵਾਲੇ ਹਰਿਆਣੇ ਵਾਲੇ ਪਾਸੇ ਜੀ। ਤਾਂ ਉੱਥੋਂ ਜੇ ਆਪਾਂ ਸ਼ਬਦੇ ਵਾਲੇ ਪਾਸੇ ਨੂੰ ਆ ਗਏ ਤਾਂ 10 ਬਣ ਜਾਂਦੇ ਆ ਡੱਬਵਾਲੀ ਤੱਕ ਜੀ। ਇਹਨਾਂ ਨੇ ਅਸੀਂ ਇਹ ਕਰ ਲਿਆ ਵੀ ਆਪਾਂ ਵਿੱਚ ਨਾ ਚੱਲ, ਜੇ ਆਪਾਂ ਇਹਨਾਂ ਦੇ ਇੱਕੋ ਸੁਣੋ ਇਹ ਉੱਥੇ ਰੌਲਾ ਪਊਗਾ ਤਾਂ ਮਾੜਾ ਮੈਸੇਜ ਆਊਗਾ, ਇਹਨੂੰ ਛੱਡ ਦਿਓ ਦੋਹਾਂ ਨੂੰ। ਬਾਕੀ 8 ਰਹਿ ਗਏ ਵੀ 8 ਤੇ ਅਸੀਂ ਇਹ ਕਰ ਲਿਆ ਵੀ 26 ਨੂੰ ਉੱਥੇ ਦਿੱਲੀ ਪਹੁੰਚਣਾ, ਅਸੀਂ ਤਾਂ ਦਿੱਲੀ ਵੱਲ ਕੂਚ ਕਰਾਂਗੇ। ਇਸ ਕਰਕੇ ਇੱਥੇ ਇਹਨਾਂ ਨਾਕਿਆਂ ਤੇ ਅਸੀਂ 25 ਨੂੰ ਪਹੁੰਚ ਜਾਵਾਂਗੇ। ਜੇ ਸਾਨੂੰ 25 ਨੂੰ ਗਾਹਾਂ ਨਾ ਲੰਘਣ ਦਿੱਤਾ ਫਿਰ ਅਸੀਂ ਇਹ ਹੈਗਾ ਵੀ ਟਰੈਕਟਰ ਟਰਾਲੀਆਂ ਨੇ ਹਰੇਕ ਨੂੰ ਕਿਹਾ ਹੋਇਆ ਵੀ ਇੱਕ ਟਰੈਕਟਰ ਮਗਰ 2 ਟਰਾਲੀਆਂ ਹੋਣੀਆਂ ਚਾਹੀਦੀਆਂ, ਇੱਕ ਪੈਣ ਵਾਲੀ ਵਿੱਚ ਗੱਦੇ ਲੱਗੇ ਹੋਣ ਜੀ, ਰੈਸਟ ਕਰਨ ਵਾਲੀ, ਤੇ ਇੱਕ ਮਗਰ ਸਮਾਨ ਵਾਲੀ ਜਿਹਦੇ ਵਿੱਚ ਸਾਰਾ ਜੇ ਪਕਾਉਣਾ ਵੀ ਹੋਵੇ ਉੱਥੇ ਪਕਾ ਸਕੀਏ। ਸੋ ਸਾਡਾ ਕਿਹਾ ਵੀ, ਤੇ ਕੱਲ ਅਸੀਂ ਗਿਣਤੀ ਲੈ ਲਈ 18 ਵਾਲੀ ਮੀਟਿੰਗ 'ਚ ਜੀ, ਸਾਡੇ ਹਿਸਾਬ ਨਾਲ ਵੀ 3-2.5 ਲੱਖ ਦੇ ਲਗਭਗ ਗਿਣਤੀ ਬਣਦੀ ਹੈ ਤੇ ਸਾਰੀਆਂ ਦੇ ਸਾਰੀਆਂ ਜਿਹੜੀਆਂ ਟਰੈਕਟਰ ਟਰਾਲੀਆਂ ਤੇ ਹੋਣਗੀਆਂ। ਹੁਣ ਤੂੰ ਇਹ ਲਾ ਲਾ ਵੀ ਜੇ 15 ਬੰਦੇ ਵੀ ਹੋਏ ਇੱਕ ਟਰਾਲੀ 'ਚ ਤੇ ਕੁੱਲ ਕਿੰਨੀਆਂ, ਜੇ 2.5 ਲੱਖ ਨੂੰ ਕਰ ਗਏ ਤਾਂ ਕਿੰਨੀਆਂ ਟਰਾਲੀਆਂ ਬਣ ਜਾਣਗੀਆਂ, ਇੰਨੇ ਵਹੀਕਲ ਹੋਣਗੇ। ਉਹ ਅਸੀਂ 8 ਦੇ 8 ਨਾਕੇ ਹੈ, ਜੇ ਸਾਨੂੰ ਨਾ ਜਾਣ ਦਿੱਤਾ ਅਸੀਂ ਉੱਥੇ ਪੱਕੇ ਮੋਰਚੇ ਲਾ ਦੇਣੇ ਆ ਤੇ ਉਹ ਜਿਹੜਾ ਐ ਸਮਝ ਲਓ ਵੀ ਜਿਹੜੀ ਸਾਰੀ ਆਵਾਜਾਈ ਹੈ ਉਹ ਕੱਟੀ ਜਾਊਗੀ, ਪੰਜਾਬ ਸਮੇਤ ਹਿਮਾਚਲ। ਇਹਦਾ ਇੱਧਰਲੇ ਪਾਸਿਓਂ ਇਹ ਪੰਜਾਬ ਵਾਲੇ ਦੀ ਜ਼ਿੰਮੇਵਾਰੀ ਹੈ ਵੀ ਦਿੱਲੀ ਨਾਲੋਂ ਉਹਦਾ ਕਨੈਕਸ਼ਨ ਕੱਟ ਦੇਣਾ ਉਹਦਾ। ਤੇ ਦੂਜੇ ਸੂਬੇ ਜਿਹੜੇ ਹੈਗੇ ਅੱਜ ਉੱਥੇ ਸਾਰੀਆਂ ਆਹ ਜਿਹੜਾ ਸਾਂਝਾ ਕਿਸਾਨ ਮੋਰਚੇ ਦੀ ਮੀਟਿੰਗ ਹੋ ਰਹੀ ਹੈ, ਬਾਕੀ ਸੂਬਿਆਂ ਦੇ ਨਾਕੇ ਹੈ ਉਹ ਤੈਅ ਕਰ, ਅੱਜ ਸ਼ਾਮ ਤੱਕ ਉਹਨਾਂ ਦਾ ਵੀ ਆ ਜਾਊਗਾ ਵੀ ਬਾਕੀ ਸਟੇਟਾਂ ਦਾ ਉਹਨੂੰ ਦਿੱਲੀ ਨੂੰ ਕਨੈਕਸ਼ਨ ਕੱਟਣਾ ਬਾਕੀ ਦੇਸ਼ ਨਾਲੋਂ ਵੀ ਕਿੱਥੋਂ ਕੱਟਿਆ ਜਾ ਸਕਦਾ।
ਤੇ ਉਹ ਕਨੈਕਸ਼ਨ ਕੱਟ ਦੇਣਾ ਨਾਲ ਇੱਕ ਹਿਸਾਬ ਨਾਲ ਦਿੱਲੀ ਘਿਰ ਜਾਊਗੀ। ਕੱਲਾ ਮੋਦੀ ਜਾਂ ਮੰਤਰੀ ਨਹੀਂ, ਮੰਤਰੀ ਮੰਡਲ ਨਹੀਂ ਘਿਰੂਗਾ, ਸਾਰੀ ਦੀ ਸਾਰੀ ਜਿਹੜੀ ਦਿੱਲੀ ਹੈ ਉਹ ਘਿਰ ਜਾਊਗੀ। ਠੀਕ ਆ, ਉਹ ਕਿੰਨਾ ਕੁ ਚਿਰ ਇਹ ਸਹਿਣ ਕਰਦੇ ਆ ਘੇਰਨ ਵਾਲਾ। ਤੇ ਗਾਹਾਂ ਸਾਨੂੰ ਇਹ ਵੀ ਪਤਾ ਹੈ ਚੱਲ ਵੀ ਸਰਕਾਰ ਚੁੱਪ ਕੀਤੇ ਨੇ ਵੇਖੂਗੀ, ਸਾਨੂੰ ਇੱਕ ਵਾਰੀ ਆਪਦਾ ਡੰਡਾ ਵਰਤ ਕੇ ਵੀ ਸਖਤੀ ਕਰਕੇ ਵੀ ਟੈਸਟ ਵੀ ਕਰਕੇ ਦੇਖੂਗੀ। ਅਸੀਂ ਬਿਲਕੁਲ ਤਿਆਰ ਹੈ। ਸਾਡੇ ਹਿਸਾਬ ਨਾਲ ਜੇ ਹੁਣ ਉਹ ਲੱਖਾਂ ਬੰਦਿਆਂ ਤੇ ਡੰਡੇ ਭਰਾਉਣਗੇ ਤਾਂ ਇਹ ਬਰੂਦ ਨੂੰ ਅੱਗ ਲਾਉਣ ਵਾਲੀ ਗੱਲ ਹੋਊਗੀ, ਬਰੂਦ ਨੂੰ ਪਲੀਤਾ ਲਾਉਣ ਵਾਲੀ ਗੱਲ ਹੋਊਗੀ। ਤੇ ਇਹ ਉਹੀ ਆ ਜਿਹੜੀਆਂ ਜੇ ਉਦੋਂ ਅੱਜ ਤੋਂ 450 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਨੂੰ ਸੀਸ ਕੱਟ ਕੇ ਜੇ ਪੰਜਾਬ ਦੇ ਬਰੂਦ ਨੂੰ ਅੱਗ ਲਾਈ ਸੀ, ਤਾਂ ਹੁਣ ਇਹ ਸਮਝ ਲਓ ਹੁਣ ਇਹ ਲਾਠੀ ਚਾਰਜ ਕਰਕੇ ਡੰਡਾ ਭਰਾ ਕੇ ਕਿਸਾਨਾਂ ਤੇ ਜਾਇਜ਼ ਮੰਗ ਤੇ ਕਿਸਾਨਾਂ ਦੀ ਤੇ ਜਿਹੜਾ ਅੰਨਦਾਤਾ ਹੈ ਤਾਂ ਇਹ ਬਰੂਦ ਨੂੰ ਅੱਗ ਲਾਉਣਗੇ। ਤੇ ਇਹਦੀ ਕੀਮਤ ਉਹਨੂੰ ਤਾਰਨੀ ਪਊਗੀ ਮੋਦੀ ਨੂੰ, ਇਸ ਤੋਂ ਬਚ ਨਹੀਂ ਸਕਦਾ। ਤੁਸੀਂ ਕਿਹਾ ਸੀ ਨਾ ਰੁਕਾਂਗੇ ਨਾ ਝੁਕਾਂਗੇ, ਹਾਂਜੀ ਹਾਂਜੀ ਝੁਕਾਵਾਂਗੇ। ਪੂਰੀ ਤਰ੍ਹਾਂ ਤਿਆਰ ਹੋ, ਲੋਕ ਤਿਆਰ ਨੇ, ਲੋਕਾਂ ਨੂੰ ਲਾਮਬੰਦ ਕਰ ਰਹੇ ਹੋ? ਬਿਲਕੁਲ ਜੀ, ਲੋਕ ਤਿਆਰ ਹੈ। ਲੋਕ ਤਾਂ ਸਾਡੇ ਜਿਵੇਂ ਕਹਿੰਦੇ ਪੈਰ ਵੱਢਦੇ ਆ। ਜਿਵੇਂ ਪੈਰ ਵੱਢਣ ਦਾ ਭਾਵ ਕੀ ਹੁੰਦਾ, ਜਦੋਂ ਮੂਹਰਲਾ ਬੰਦਾ ਹੌਲੀ ਤੁਰਦਾ ਹੋਵੇ, ਮਗਰਲਾ ਤੇਜ਼ ਤੁਰਦਾ ਹੋਵੇ, ਉਹਨੂੰ ਕਹਿੰਦੇ ਵੀ ਪੈਰ ਵੱਢਦੇ ਆ। ਲੋਕ ਤਾਂ ਸਾਡੇ ਪੈਰ ਵੱਢ ਰਹੇ ਆ ਵੀ 26 ਕਦੋਂ ਆਵੇ। ਪੂਰੀਆਂ ਐ ਉਹਨਾਂ ਦੀਆਂ ਚਾਅ ਨਾਲ ਭਰੇ ਹੋਏ ਆ ਵੀ 26 ਨੂੰ ਟੱਕਰਾਂਗੇ ਦਿੱਲੀ ਨਾਲ, ਟੱਕਰ ਲੈਣ ਲਈ ਦਿੱਲੀ ਨਾਲ 26 ਨੂੰ ਉਡੀਕ ਰਹੇ ਆ, ਜਿਵੇਂ ਵਿਆਹ ਦਾ ਦਿਨ ਉਡੀਕਦੇ ਹੁੰਦੇ ਆ ਨਾ, ਐ ਉਡੀਕ ਰਹੇ ਨੇ ਉਹ। 24 ਤਰੀਕ ਨੂੰ ਹੀ ਬੈਠ ਜਾਓਗੇ ਮੋਰਚੇ ਕੱਢ ਕੇ? 24 ਅਸੀਂ 24 ਨੂੰ ਪਿੰਡਾਂ 'ਚ, ਕਿਉਂਕਿ ਜਿਹੜਾ ਸਾਡਾ ਹੁਣ ਫਿਰੋਜ਼ਪੁਰ ਹੈ ਜਾਂ ਉਧਰਲਾ ਮਾਝੇ ਵਾਲਾ ਹੈਗਾ, ਉਹਨੂੰ ਤਾਂ ਜੇ ਇੱਥੇ ਹਰਿਆਣੇ ਦੇ ਹੱਦ ਤੇ ਆਉਣ ਦੇ ਖਾਤਰ ਵੀ ਘੱਟੋ ਘੱਟ 24 ਘੰਟੇ ਚਾਹੀਦੇ ਆ ਜੀ। ਜੇ 26 ਨੂੰ ਜਾਣਾ ਤਾਂ ਉਹਨਾਂ ਨੂੰ ਤਾਂ 24 ਨੂੰ ਤੁਰਨਾ ਪਊਗਾ। ਉਹੀ ਜਦੋਂ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਾ ਦਿਨ ਹੈਗਾ, ਉਹ ਸ਼ਹੀਦੀ ਦਿਨ ਉਹਨਾਂ ਦਾ ਇੱਥੋਂ ਮਨਾ ਕੇ, ਇੱਥੋਂ ਉਹਨਾਂ ਤੋਂ ਪਰਨ ਕਰਕੇ, ਉਹਨਾਂ ਤੋਂ ਇਤਿਹਾਸ ਤੋਂ ਪ੍ਰੇਰਨਾ ਲੈਂਦੇ ਹੋਏ ਸਾਰੇ ਜਿਹੜੇ ਕਾਫਲੇ ਤੁਰਨਗੇ। ਜਿਹੜੀ ਬਾਕੀ ਜਥੇਬੰਦੀਆਂ ਜਿਹੜੀਆਂ ਮੀਟਿੰਗ 'ਚ ਹੁੰਦੀਆਂ ਗਈਆਂ ਸ਼ਾਮਲ, 30 ਜਥੇਬੰਦੀਆਂ, ਉਹ ਇਕੱਠੀਆਂ ਹੀ ਜਾਣਗੀਆਂ ਸਾਰੇ ਮੰਚਾਂ ਤੇ? ਜਿਹੜੇ ਨੇੜੇ ਪੈਂਦੇ ਆ ਉਵੇਂ ਇਕੱਠੇ ਜਾਣਗੇ? ਹਾਂਜੀ, ਉਹ ਸਾਨੂੰ 8 ਦਾ ਅਸੀਂ ਤੈਅ ਕਰਤੇ ਜੀ ਵੀ 8 ਨੂੰ ਜਿਹੜਾ ਜਿੱਥੇ ਨੇੜੇ ਪੈਂਦਾ ਕਿਸੇ ਨੂੰ ਜੀ, ਜੇ ਉਹ ਆਪਦਾ ਚੁਣ ਲੈਣ। ਕੋਈ ਕਿਸੇ ਦੇ ਬੈਂਡ ਨਹੀਂ ਵੀ ਇਹਦੇ ਤੇ ਆ ਜਥੇਬੰਦੀ ਕੋਈ ਨਹੀਂ ਵੰਡੀ। 8 ਨਾਕੇ ਵੰਡ ਲਏ, ਜਿੱਥੇ ਤੀਹਾਂ ਚੋਂ ਜਿਹਨੂੰ ਵੀ ਸ਼ੂਟ ਕਰਦਾ ਜਿਹੜਾ ਨਾਕਾ, ਉੱਥੇ ਉਹ ਪਹੁੰਚੇ। ਉੱਥੇ ਕਹਾਂ ਫਿਰ ਇਕੱਠੇ ਰਲ ਕੇ ਹੋਊਗੀ। ਜਿਹੜੀ ਉੱਥੇ ਚੱਲੂਗੀ, ਮੰਨ ਲਓ ਸਾਨੂੰ ਰੋਕ ਲੈਂਦੇ 2 ਦਿਨ ਰੋਕਣਾ ਪੈਂਦਾ, ਹਫ਼ਤਾ ਰੋਕਣਾ ਪੈਂਦਾ, ਜਿਹੜੀ ਉੱਥੇ ਸਾਰਾ ਪ੍ਰਬੰਧ ਚੱਲੂਗਾ, ਜਿਹੜੀ ਉੱਥੇ ਸਟੇਜ ਚੱਲੂਗੀ, ਉਹ ਜਿੰਨੀਆਂ ਵੀ ਜਥੇਬੰਦੀਆਂ ਹੋਣਗੀਆਂ ਉਹਨਾਂ ਵੱਲੋਂ ਸਾਂਝੇ ਤੌਰ ਤੇ ਚੱਲੂ, ਭਾਵੇਂ 10 ਹੋਣ ਉੱਥੇ ਜਾਂ 8 ਹੋਣ, ਜਿੰਨੀਆਂ ਵੀ ਹੋਣ। ਜੇ ਪੰਜਾਬ ਸਰਕਾਰ ਕੁਛ ਹਰਕਤ ਦੇ ਵਿੱਚ ਆਉਂਦੀ ਹੈ, ਜੇ ਪੰਜਾਬ ਸਰਕਾਰ ਨੇ ਹੀ ਰੋਕਤੇ, ਫਿਰ ਜੇ ਪੰਜਾਬ ਸਰਕਾਰ ਨੇ ਰੋਕਤੇ ਤਾਂ ਪੰਜਾਬ ਸਰਕਾਰ ਦੀ ਬੇਵਕੂਫੀ ਹੋਊਗੀ ਵੀ ਜਿਹੜਾ ਮੋਦੀ ਆਪਦੇ ਗਲ ਵਾਲਾ ਸੱਪ ਹੈ ਉਹ ਆਪਦੇ ਗਲ 'ਚ ਪਵਾਊਗੀ। ਤੇ ਜੇ ਰੋਕੂਗੀ ਵੀ ਠੀਕ ਹੈ, ਪੰਜਾਬ ਕਿਹੜਾ ਫਿਰ ਸਾਥੋਂ, ਜੇ ਅਸੀਂ ਮੋਦੀ ਨਾਲ ਲੜ ਸਕਦੇ ਹਾਂ, ਸੈਂਟਰ ਸਰਕਾਰ ਨਾਲ ਲੜ ਸਕਦੇ ਹਾਂ, ਤਾਂ ਪੰਜਾਬ ਸਰਕਾਰ ਤਾਂ ਕਿੱਡੀ ਕਹੇਗੀ। ਫਿਰ ਸਮਝ ਲਓ ਵੀ ਜਿਹੜੀ ਇਹ ਸੈਂਟਰ ਵਾਲੀ ਲੜਾਈ ਆਪਦੇ ਗਲ ਪਵਾਉਣਗੇ। ਜੇ ਇਹਨਾਂ ਨੇ ਗਲ ਪਵਾਉਣਾ ਪਵਾ ਲੈਣ, ਸਾਨੂੰ ਤਾਂ ਹੋਰ ਸੌਖਾ ਹੋ ਜਾਊਗਾ ਪੰਜਾਬ ਵਾਲਿਆਂ ਨਾਲ ਲੜਨਾ। ਫਿਰ ਸਮਝ ਲਓ ਵੀ ਉਹੀ ਜੇ ਰੋਕਦੇ ਆ, ਰੋਕਣ ਦਾ ਭਾਵ ਤਾਂ ਇਹ ਹੈਗਾ ਵੀ ਸਾਨੂੰ ਸੜਕਾਂ ਤੇ, ਫਿਰ ਸੜਕਾਂ ਪੰਜਾਬ ਵਾਲੀਆਂ ਸੜਕਾਂ ਬੰਦ ਹੋ ਜਾਣਗੀਆਂ ਜੀ। ਇਹ ਜੇ ਪੰਜਾਬ ਵਾਲੀਆਂ ਸੜਕਾਂ ਇਹ ਬੰਦ ਕਰਾਉਂਦੇ ਆ ਤਾਂ ਇਹਦੇ ਦੋਸ਼ੀ ਫਿਰ ਪੰਜਾਬ ਸਰਕਾਰ ਹੀ ਹੋਊਗੀ। ਜੇ ਲੋਕਾਂ ਨੂੰ ਠੀਕ ਹੈ, ਜਦੋਂ ਸੜਕਾਂ ਪੰਜਾਬ ਦੀਆਂ ਸਾਰੀਆਂ ਬੰਦ ਹੋ ਗਈਆਂ ਜੀ, ਤੇ ਉਹ ਪਰੇਸ਼ਾਨੀ ਹੋਊਗੀ ਉਹਦੇ ਵਿੱਚ। ਇਹ ਠੀਕ ਹੈ, ਜਿੱਥੋਂ ਤੱਕ ਪਰੇਸ਼ਾਨੀ ਹੈਗੀ ਅਸੀਂ ਸਮਝਦੇ ਹਾਂ ਵੀ ਲੋਕਾਂ ਦੀ ਲੜਾਈ ਹੈ, ਲੋਕਾਂ ਨੂੰ ਪਰੇਸ਼ਾਨੀ ਝੱਲਣ ਨੂੰ ਵੀ ਤਿਆਰ ਹੈ। ਲੋਕ ਉੱਥੇ ਪਰੇਸ਼ਾਨੀ ਨਹੀਂ ਝੱਲਦੇ ਹੁੰਦੇ ਜਿੱਥੇ ਐਂ ਲੱਗਦਾ ਵੀ ਸਾਡਾ ਤਾਂ ਇਹਦੇ ਨਾਲ ਕੋਈ ਤਲਕ ਨਹੀਂ। 150 ਬੰਦੇ ਦਾ ਤਲਕ ਹੈਗਾ, ਉੱਥੇ ਦਿੱਲੀ ਜਾ ਵੜਨ ਜਾਂ ਚੰਡੀਗੜ੍ਹ ਜਾ ਵੜਨ, ਸਾਨੂੰ ਕਿੱਦਾਂ ਕੀਤਾ। ਜਿਹੜੇ ਟੋਲ ਪਲਾਜ਼ਿਆਂ ਦੇ ਉੱਤੇ ਜਾਂ ਵੱਡੇ ਵੱਡੇ ਮੌਲਾਂ ਦੇ ਮੂਹਰੇ ਕਿਸਾਨ ਬੈਠੇ, ਉੱਦਾਂ ਹੀ ਬੈਠੇ ਰਹਿਣਗੇ, ਉਹ ਉੱਦਾਂ ਬੈਠੇ ਰਹਿਣਗੇ। ਟੋਲ ਪਲਾਜ਼ੇ ਜਿਉਂ ਦੀ ਤਿਉਂ ਬੰਦ ਰਹਿਣਗੇ। ਠੀਕ ਹੈ, ਗਿਣਤੀ ਭਾਵੇਂ ਉਹਨਾਂ ਦੀ ਘੱਟ ਹੋ ਜੇ, ਪਰ ਇਹ ਵਾਰਨਿੰਗ ਹੋਊਗੀ ਵੀ ਜੇ ਟੋਲ ਪਲਾਜ਼ੇ ਨੂੰ ਜੇ ਕਿਸੇ ਨੇ ਖੋਲਣ ਦੀ ਯਤਨ ਕੀਤਾ ਗਿਣਤੀ ਘੱਟ ਵੇਖ ਕੇ, ਤਾਂ ਉਹਨੂੰ ਸਹਿਣ ਨਹੀਂ ਕੀਤਾ ਜਾਊਗਾ ਤੇ ਫਿਰ ਉਹ ਆਪਦਾ ਨੁਕਸਾਨ ਦਾ ਜ਼ਿੰਮੇਵਾਰ ਆ ਪਊ। ਇਸ ਕਰਕੇ ਟੋਲ ਪਲਾਜ਼ੇ ਵੀ ਬੰਦ, ਮਾਲਜ ਵੀ ਬੰਦ, ਪੰਪ ਵੀ ਬੰਦ, ਜਿੰਨੇ ਹੁਣ ਪੰਪ ਬੰਦ ਕੀਤੇ ਹੋਏ ਨੇ ਜੀ। ਤੇ ਇੱਥੋਂ ਤੱਕ ਕਰਕੇ ਜਿਹੜੇ ਬੀਜੇਪੀ ਦੇ ਲੀਡਰਾਂ ਦੇ ਜਿਹੜੇ ਬੈਠੇ ਆ, ਉਹ ਵੀ ਜਿਉਂਦਾ ਤਿਉਂ ਰਹਿਣਗੇ ਧਰਨੇ ਉੱਥੇ। ਰੇਲ ਵੀ ਜਿਹੜੀ, ਜੇ ਇਹਨਾਂ ਨੇ ਮਾਲ ਗੱਡੀਆਂ ਨਾ ਚਲਾਈਆਂ ਤਾਂ ਰੇਲ ਵੀ ਬੰਦ ਰਹੂਗੀ ਜੀ। ਜਾਂਦੇ ਜਾਂਦੇ ਮੈਂ ਸਵਾਲ ਲੈਣਾ ਚਾਹੂੰਗਾ, ਇੱਕ ਪਾਸੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈਗਾ, ਦੂਜੇ ਪਾਸੇ 2022 ਵਾਲਾ ਸੰਘਰਸ਼ ਚੱਲ ਰਿਹਾ, ਪਾਰਟੀਆਂ ਦੀ ਅਸਲੀ ਖਿੱਚੋਤਾਣ ਚੱਲ ਰਹੀ ਹੈ। ਬੀਜੇਪੀ ਦਾ ਇਹ ਬਿਆਨ ਆ ਚੁੱਕਿਆ ਵੀ 117 ਦੀਆਂ 17 ਸੀਟਾਂ ਤੇ ਸਾਡੇ ਬੰਦੇ ਖੜਨਗੇ ਚੋਣ ਮੈਦਾਨ ਦੇ ਵਿੱਚ, ਬੀਜੇਪੀ ਦੀ ਸਰਕਾਰ ਬਣ ਜਾ ਰਹੀ ਹੈ 2022 ਦੇ ਵਿੱਚ। ਇਸ ਨੂੰ ਕਿਵੇਂ ਦੇਖਦੇ ਹੋ? ਸਾਨੂੰ ਤਾਂ ਇਹ ਲੱਗਦਾ ਵੀ ਜਿਵੇਂ ਇਹ ਹਵਾਈ ਕਿਲੇ ਉਹੀ ਹੁੰਦੇ ਨੇ ਵੀ ਥੱਲੇ ਜ਼ਮੀਨ ਤਾਂ ਹੁੰਦੀ ਨੇ, ਹਵਾ 'ਚ ਹੀ ਹੁੰਦੇ ਆ ਜੀ। ਵੀ ਉਹ ਪਿੰਡਾਂ 'ਚ ਜਾ ਨਹੀਂ ਸਕਦੇ, ਜਿੱਥੇ ਵੀ ਜਾਂਦੇ ਉੱਥੇ ਲੋਕ ਉਹਨਾਂ ਨੂੰ ਘੇਰ ਕੇ ਸਵਾਲ ਪੁੱਛਦੇ ਆ, ਕਾਲੇ ਝੰਡੇ ਲਹਿਰਾ ਰਹੇ ਆ। ਇਹਨਾਂ ਨੇ ਮੰਤਰੀ ਭੇਜੇ ਸੀ ਮੀਟਿੰਗਾਂ ਕਰਨ ਦੇ ਖਾਤਰ, ਮੀਟਿੰਗਾਂ ਨਹੀਂ ਸਫਲ ਹੋਈਆਂ। 5 ਲੱਖ ਦੇ ਲਗਭਗ ਪੈਂਫਲੇਟ ਵੰਡਣ ਨੂੰ ਕਿਹਾ ਸੀਗਾ ਵੀ ਇਹ ਵੰਡੋ, ਉਹ ਇਹਨਾਂ ਦੇ ਘਰੇ ਡੰਪ ਹੋਏ ਪਏ, ਉਹ ਵੰਡ ਨਹੀਂ ਸਕੇ ਜੀ। ਵੀ ਕਿਵੇਂ ਐ, ਕਿਹੜੀ ਤਾਕਤ ਦੇ ਆਸਰੇ ਉਹ ਕੋਈ ਐ ਹੋਵੇ ਸਾਰੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਕਹਿ ਦੇਣਗੇ ਵੀ ਹਾਂ ਮਗਰ ਲੱਗ ਜਾਓ ਸਾਡੇ। ਸੋ ਮੈਨੂੰ ਤਾਂ ਲੱਗਦਾ ਜਿਵੇਂ ਉਹ ਹੁੰਦਾ ਨਾ ਵੀ ਚਲੋ
ਗੱਪ ਹੀ ਮਾਰਨਾ ਹੋਵੇ ਫਿਰ ਕਹਿੰਦੇ ਵੀ ਉਹਦਾ ਜੇ ਗੱਪਾਂ ਦਾ ਹੀ ਕੜਾ ਕਰਨਾ ਹੋਵੇ ਫਿਰ ਕੱਢਦਾ ਕਿਉਂ ਭੁੱਖਾ ਰੱਖਣਾ। ਮੇਰੇ ਹਿਸਾਬ ਨਾਲ ਇਹਨਾਂ ਦਾ ਸਾਨੂੰ ਨਹੀਂ ਅਜੇ ਤੱਕ ਲੱਗਦਾ ਵੀ ਇਹ 117 ਕਿਹਦੇ ਆਸਰੇ ਖੜਾਉਣਗੇ। ਇਹ ਕੋਈ ਮਗਰ ਵੀ ਹੈ ਇਹਨਾਂ ਦੇ, ਇੱਥੇ ਪਤਾ ਹੀ ਲੱਗ ਜਾਂਦਾ। ਹੁਣ ਇਹਨਾਂ ਨੇ ਕਿਹਾ ਸੀ ਵੀ ਨੱਡਾ ਇੱਥੇ ਉਦਘਾਟਨ ਕਰੂਗਾ ਇਹਨਾਂ ਦਾ ਜਿਹੜਾ ਇੰਡੀਆ ਦਾ ਪ੍ਰਧਾਨ 10 ਦਫ਼ਤਰਾਂ ਦਾ, 10 ਦਫ਼ਤਰਾਂ ਦਾ, ਉਹਨੇ ਮੁਲਤਵੀ ਕਰਤਾ। ਚਲੋ ਭਾਵੇਂ ਉਹਦਾ ਕਾਰਨ ਕੋਈ ਵੀ ਹੋਵੇ ਤੇ ਉਹ ਮੁਲਤਵੀ ਕਰਨਾ ਪੈ ਗਿਆ। ਤੇ ਸਾਡਾ ਸੱਦਾ ਹੈਗਾ ਵੀ ਜਿੱਥੇ ਵੀ ਉਦਘਾਟਨ ਕਰਨ ਆਉਂਦੇ ਆ ਵੀ ਸੁੱਕੇ ਨਹੀਂ ਜਾਣੇ ਚਾਹੀਦੇ, ਘੇਰੋ ਇਹਨਾਂ ਦਾ ਜਲੂਸ ਕੱਢੋ ਜਿੰਨਾ ਨਿਕਲਦਾ ਹੈ। ਸੋ ਮੈਨੂੰ ਤਾਂ ਲੱਗਦਾ ਵੀ ਜਨਤਾ ਦੇ ਆਸਰੇ ਲੋਕਾਂ ਨੇ ਸਰਕਾਰ ਬਣਾਉਣੀ ਹੁੰਦੀ ਹੈ। ਜਨਤਾ ਦਾ ਬੱਚਾ ਬੱਚੀ ਸਾਰੇ ਵਰਗ ਹੈ, ਭਾਵੇਂ ਵਪਾਰੀ ਵਰਗ ਹੈ, ਸ਼ਹਿਰੀ ਵਰਗ ਹੈ, ਕਿਸਾਨ ਮਜ਼ਦੂਰ ਸਾਰੇ ਦੇ ਸਾਰੇ ਦੰਦੀਆਂ ਵੱਢ ਰਹੇ ਨੇ। ਤੇ ਇੱਕ ਕਿਹੜੀ ਜਨਤਾ ਦੇ ਆਸਰੇ ਫਿਰ ਇਹ 117 ਜਿੱਤਣ ਦੀਆਂ ਗੱਲਾਂ ਕਰਦੇ ਆ। ਸਾਨੂੰ ਨਹੀਂ ਲੱਗਦਾ ਵੀ ਉਹਦਾ ਅਜੇ ਤੱਕ ਕੋਈ ਉਹਦਾ ਬੇਸ ਹੈਗਾ। ਮੈਂ ਹਵਾਈ ਕਿਲੇ ਆ ਇਹਨਾਂ ਦੇ। ਜੀ ਸੁਰਜੀਤ ਜੀ, ਅੱਜ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਨੂੰ ਸਮਾਂ ਦਿੱਤਾ, ਤੁਹਾਡਾ ਧੰਨਵਾਦ ਜੀ। ਧੰਨਵਾਦ ਜੀ, ਤੁਹਾਡੇ ਚੈਨਲ ਦਾ ਵੀ ਧੰਨਵਾਦ, ਤੁਹਾਡੇ ਮਾਧਿਅਮ ਰਹੇ ਜਿਹੜੀ ਸਾਡੀ ਗੱਲ ਹੈ ਪਹੁੰਚੀ ਉੱਥੇ ਤੱਕ। ਜੀ ਜੀ। ਸੋ ਦੋਸਤੋ, ਇਹ ਸੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ। ਅੱਗੇ ਵੀ ਅਸੀਂ ਇਸ ਕਿਸਾਨੀ ਮੁੱਦੇ ਦੇ ਨਾਲ ਬਣੇ ਰਹਾਂਗੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।